ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਹੈ। ਆਪ ਸਾਰਿਆਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਤਿਗੁਰਾਂ ਜੀ ਦੇ ਚਰਨ ਪਰਸੇ ਹਨ। ਹੁਣੇ ਆਪ ਜੀ ਨੇ ਹੁਕਮਨਾਮੇ ਤੋਂ ਉਪਰੰਤ ਅੱਸੂ ਦੇ ਮਹੀਨੇ ਦਾ ਸ਼ਬਦ ਸਰਵਣ ਕੀਤਾ ਹੈ। ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੈ ਮਾਏ। ਆਓ ਆਪਣੀ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰੀਏ ਕਿ ਗੁਰਬਾਣੀ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਅਸੁਨ ਪ੍ਰੇਮ ਉਮਾਹੜਾ, ਅਸੁਨ ਦਾ ਜਿਹੜਾ ਮਹੀਨਾ ਹੈ, ਉਂਝ ਤਾਂ ਸਾਰੇ ਮਹੀਨੇ, ਸਾਰੇ ਸਾਲ, ਸਾਰੀ ਘੜੀਆਂ, ਸਾਰੇ ਦਿਨ, ਇੱਕ ਇੱਕ ਘੜੀ, ਇੱਕ ਇੱਕ ਪਲ ਸੁਹਾਵਣਾ ਹੈ। ਇਹ ਕਦੋਂ ਸੁਹਾਵਣਾ ਬਣਦਾ ਹੈ? ਜਦੋਂ ਸਾਡੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਪਿਆਰ ਪੈਦਾ ਹੋਵੇ, ਉਮੰਗ ਪੈਦਾ ਹੋਵੇ, ਚਾਅ ਪੈਦਾ ਹੋਵੇ। ਉਮਾਵੜੇ ਦਾ ਮਤਲਬ ਹੈ ਉਛਾਲਾ ਪੈਣਾ। ਕਿਸੇ ਨੂੰ ਸਾਨੂੰ ਮਿਲਣ ਦਾ ਜੀ ਕਰਦਾ ਨਾ, ਤੇ ਅੰਦਰ ਇੱਕ ਤੜਪ ਜੀ ਪੈਦਾ ਹੁੰਦੀ ਹੈ, ਉਸ ਨੂੰ ਮਿਲੀਏ। ਬਾਰ-ਬਾਰ ਦਿਮਾਗ ਦੇ ਵਿੱਚ ਉਹੀ ਖਿਆਲ ਆਉਂਦਾ ਹੈ, ਜਾਣ ਦੀ ਕੋਸ਼ਿਸ਼ ਕਰਦੇ ਹਾਂ। ਉੱਥੇ ਜਿਸ ਨੂੰ ਮਿਲਣਾ ਹੋਵੇ ਨਾ, ਉਸਦੇ ਕੋਲ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਾਈਏ, ਉਹਨੂੰ ਮਿਲੀਏ। ਤੇ ਉੱਥੇ ਦਾ ਜਿਹੜਾ ਮਾਹੌਲ ਹੈ, ਜਿੱਥੇ ਅਸੀਂ ਜਾਣਾ ਹੈ, ਉਸ ਦਾ ਸਾਰਾ ਸਾਡੇ ਦਿਮਾਗ ਵਿੱਚ ਹੁੰਦਾ ਹੈ, ਕਿੰਨਾ ਚੰਗਾ ਹੈ। ਤੇ ਪਰਮਾਤਮਾ ਨੂੰ ਮਿਲਣ ਵਾਸਤੇ ਜਿਵੇਂ ਸੰਗਰਾਂਦ ਬਣੀਆਂ ਹੋਈਆਂ, ਪੂਰਨਮਾਸੀਆਂ ਬਣੀਆਂ ਹੋਈਆਂ ਨੇ, ਜਾਂ ਇੰਨੇ ਹੋਰ ਵੀ ਕਿੰਨੇ ਬਣੇ ਹੋਏ ਨੇ ਗੁਰਪੁਰਬ, ਬਥੇਰੇ ਜਿਹੜੇ ਆਪਾਂ ਮਨਾਉਂਦੇ ਹਾਂ, ਉਹ ਸਾਰੇ ਬਣੇ ਹੋਏ। ਤੇ ਉਹ ਜਦੋਂ ਇਕੱਠ ਸੀ, ਲੋਕਾਂ ਦਾ ਇਕੱਠ, ਉਸ ਇਕੱਠ ਦੇ ਵਿੱਚ ਮਹਾਰਾਜ ਆਪਣੀ ਗੱਲ ਰੱਖਦੇ ਨੇ। ਸੰਗਰਾਂਦ ਦੇ ਨਾਲ ਜੁੜਿਆ ਹੋਇਆ ਸਾਰਾ ਸਮਾਜ ਇੱਥੇ ਦਾ, ਭਾਰਤ। ਪਰ ਸਿੱਖਾਂ ਨੇ, ਗੁਰੂ ਸਾਹਿਬ ਜੀ ਨੇ ਉਸ ਇਕੱਠ ਦੇ ਵਿੱਚ ਆਪਣੀ ਇੱਕ ਗੱਲ, ਉਸ ਨੂੰ ਸਮਝਾਉਣ ਦਾ ਯਤਨ ਕੀਤਾ। ਤੇ ਹਰ ਮਹੀਨੇ ਦੇ ਵਿੱਚ ਮਹਾਰਾਜ ਇਹ ਉਪਦੇਸ਼ ਕਰਦੇ ਨੇ ਕਿ ਭਾਈ ਪਰਮਾਤਮਾ ਨੂੰ ਸਿਮਰੋ, ਪਰਮਾਤਮਾ ਨੂੰ ਮਿਲੋ। ਭਾਦੋ ਦਾ ਮਹੀਨਾ ਹੋਵੇ, ਕੱਤਕ ਦਾ ਹੋਵੇ, ਅੱਸੂ ਦਾ ਹੋਵੇ, ਸਾਰੇ ਮਹੀਨੇ ਦੇ ਵਿੱਚ ਪਰਮਾਤਮਾ ਦੀ, ਗੁਰੂ ਸਾਹਿਬ ਜੀ ਦੀ ਇੱਕੋ ਹੀ ਗੱਲ ਹੈ ਕਿ ਉਸ ਇਕੱਠ ਨੂੰ ਸਮਝਾ ਕੇ, ਜਿਵੇਂ ਤੁਸੀਂ ਆਪਣਾ ਇੱਥੇ ਕੀਮਤੀ ਸਮਾਂ ਕੱਢ ਕੇ ਆਏ ਹੋ ਨਾ, ਤੇ ਇਹ ਗੁਰੂ ਸਾਹਿਬ ਜੀ ਦਾ ਉਪਦੇਸ਼ ਤੁਹਾਨੂੰ ਸਮਝ ਆ ਜਾਵੇ। ਤੇ ਤੁਸੀਂ ਇੱਥੇ 30-40 ਬੰਦੇ ਬੈਠੇ ਹੋ, ਤੁਸੀਂ ਅੱਜ ਸੰਗਰਾਂਦ ਦੇ ਦਿਨ ਜ਼ਿਆਦਾ ਹੋ ਗਏ ਥੋੜ੍ਹੇ, ਨਹੀਂ ਤਾਂ ਹਰ ਵੇਲੇ, ਹਰ ਰੋਜ਼ ਇੱਥੇ ਮਹਾਨ ਆਤਮਾਵਾਂ ਨੇ ਜਿਹੜੀਆਂ ਆਪਣਾ ਸਰੀਰ ਇੱਥੇ ਲੈ ਕੇ ਆਉਂਦੀਆਂ ਨੇ, 15-20 ਹੋ ਜਾਂਦੀਆਂ ਨੇ। ਉਂਝ ਮੱਥਾ ਟੇਕ ਕੇ ਚਲੇ ਜਾਣ ਵਾਲੇ ਤਾਂ ਬਥੇਰੇ ਨੇ, ਜਿਹੜੇ ਬੈਠਦੇ ਨੇ ਉਹ ਧੰਨ ਨੇ, ਜਿਹੜਾ ਆਪਣਾ ਇਹ ਸਰੀਰ ਇੱਥੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਕੇ ਆਉਂਦੇ ਨੇ। ਤੇ ਉਹਨਾਂ ਦੇ ਅੰਦਰ ਇੱਕ ਉਮੰਗ ਹੈ, ਉਹਨਾਂ ਦੇ ਅੰਦਰ ਇੱਕ ਪਿਆਰ ਹੈ, ਇੱਕ ਤੜਪ ਹੈ ਕਿ ਗੁਰੂ ਸਾਹਿਬ ਜੀ ਨੂੰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰੀਰ ਦੇ ਨਾਲ ਸਿੱਧਾ ਕਰਨਾ ਹੈ। ਤੇ ਦੋ ਤਰ੍ਹਾਂ ਦੀ ਡਿਊਟੀ ਹੈ ਸਾਧ ਸੰਗਤ ਜੀ, ਮਨ ਤਨ ਪਿਆਸ ਦਰਸ਼ਨ ਕਣੀ। ਮਨ ਅਤੇ ਤਨ, ਇਹ ਦੋ ਚੀਜ਼ਾਂ ਨੇ, ਇਹਨਾਂ ਦੀ ਡਿਊਟੀ ਗੁਰੂ ਸਾਹਿਬ ਜੀ ਨੂੰ ਪ੍ਰਵਾਨ ਉਦੋਂ ਹੋਣੀ ਹੈ ਜਦੋਂ ਸਾਨੂੰ ਸਮਝ ਆ ਜਾਣੀ। ਮਨ ਤੇ ਤਨ ਪਿਆਸ ਲੱਗਣੀ ਹੈ। ਕਾਹਨੂੰ ਪਿਆਸ ਲੱਗਦੀ? ਤਨ ਨੂੰ ਪਿਆਸ ਲੱਗਦੀ ਨਾ, ਅਸੀਂ ਤੜਪ ਜਾਂਦੇ ਹਾਂ ਪਾਣੀ ਨਾ ਮਿਲੇ ਤਾਂ। ਗਰਮੀ ਦੇ ਵਿੱਚ ਪਾਣੀ ਠੰਡਾ ਮਿਲ ਜਾਵੇ ਤਾਂ ਹੋਰ ਸਕੂਨ ਮਿਲਦਾ ਹੈ। ਤੇ ਜਦੋਂ ਪਿਆਸ ਲੱਗਦੀ ਨਾ, ਮਨ ਤਨ ਪਿਆਸ, ਹੁਣ ਤਨ ਨੂੰ ਪਿਆਸ ਲੱਗੀ ਤੇ ਪਾਣੀ ਦਾ ਗਲਾਸ ਪੀ ਕੇ ਬੁਝਾ ਲਈ। ਤੇ ਮਨ ਨੂੰ ਪਿਆਸ ਲੱਗੀ, ਮਨ ਨੂੰ ਤਾਂ ਤ੍ਰਿਸ਼ਨਾ ਦੀ ਪਿਆਸ ਲੱਗੀ ਹੋਈ।
ਸਾਰਿਆਂ ਨੂੰ ਨਹੀਂ, ਬਤੇਰਿਆਂ ਨੂੰ। ਕਿਸ ਨੂੰ ਕਾਰ ਦੀ ਪਿਆਸ ਲੱਗੀ ਹੋਈ ਹੈ, ਔਰ ਕਾਰ ਕੋਈ ਸਰੀਰ ਬੈਠ ਕੇ ਜਾਣਾ, ਪਰ ਮਨ ਦੇ ਵਿੱਚ ਖਿਆਲ ਉਹਨਾਂ ਚੀਜ਼ਾਂ ਦੇ, ਦੁਨੀਆ ਦੇ ਲੇਵਲਾਂ ਦੇ ਖਿਆਲ ਨੇ ਮਨ ਦੇ ਵਿੱਚ। ਜੇ ਮਨ ਨੂੰ ਪਿਆਸ ਲੱਗੀ ਹੋਵੇ ਰੱਬ ਦੇ ਨਾਮ ਦੀ, ਦਰਸ਼ਨਾਂ ਦੀ, ਤੇ ਬਹੁਤ ਸਾਰੀ ਆਸ ਲੱਗੀ ਹੋਵੇ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਕੋਈ ਇਹੋ ਜਿਹਾ ਸੇਵਕ, ਇਹੋ ਜਿਹਾ ਪਰਮਾਤਮਾ ਨੂੰ ਸਿਮਰਨ ਵਾਲਾ ਮੈਨੂੰ ਉਸ ਰੱਬ ਦੇ ਨਾਲ ਮਿਲਾ ਦੇਵੇ। ਉਸ ਦੇ ਦਰਸ਼ਨਾਂ ਦੀ ਪਿਆਸ, ਉਸ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕੱਲੀ ਕੱਲੀ ਬਾਣੀ, ਧੁਰ ਕੀ ਬਾਣੀ, ਇਹ ਸਾਨੂੰ ਪਿਆਸ ਵੀ ਲਾਂਦੀ ਹੈ, ਇਹ ਸਾਨੂੰ ਭੁੱਖ ਵੀ ਲਾਂਦੀ ਹੈ। ਹੁਣ ਅਸੀਂ ਸਵੇਰ ਤੇ ਰੋਟੀ ਖਾਵੇਂ ਨਾ, ਹੁਣ ਸਵੇਰੇ ਰੋਟੀ ਨਾਸ਼ਤਾ ਕਰ ਲਿਆ ਕਈਆਂ ਨੇ, ਹੁਣ ਜੇ ਸਵੇਰੇ ਨਾਸ਼ਤਾ ਕਰ ਲਏ ਤੇ ਦੁਪਹਿਰ ਨੂੰ ਨਾ ਮਿਲੇ ਤੇ ਸ਼ਾਮ ਨੂੰ ਕਿੰਨਾ ਬੰਦਾ ਕਾਲਾ ਪੈ ਜਾਂਦਾ। ਤੇ ਉਹ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁੱਖ, ਸਾਰੇ ਦੁੱਖਾਂ ਦਾ ਨਾਸ। ਹੁਣ ਇਹ ਭੁੱਖ ਮੈਂ ਤਾਂ ਗੱਲ ਕੀਤੀ ਹੈ, ਇੱਥੇ ਤਾਂ ਪਿਆਸ ਦੀ ਗੱਲ ਕਰੀ ਹੈ। ਤੇ ਜੇ ਪਿਆਸ ਲੱਗੀ ਤਾਂ ਭੁੱਖ ਵੀ ਲੱਗਣੀ ਹੈ। ਤੇ ਇਸੇ ਤਰ੍ਹਾਂ ਗੁਰੂ ਸਾਹਿਬ ਉਦਾਹਰਨਾਂ ਬੁਝਾਰਤਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਹੁਣ ਇੱਥੇ ਸਾਰੇ, ਇੱਥੇ ਤੁਸੀਂ 30-40 ਬੰਦੇ ਬੈਠੇ ਨੇ, ਆ ਜਾਂਦੇ ਨੇ ਸੰਗਰਾਂਦ ਦੇ ਵਿੱਚ। ਹੁਣ ਇਹ ਸਰੀਰ ਆਇਆ ਸਾਡਾ, ਤੇ ਦੋਵੇਂ ਚੀਜ਼ਾਂ ਇੱਥੇ ਰੱਖਣੀਆਂ ਨੇ। ਦੋਵੇਂ ਚੀਜ਼ਾਂ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇੱਥੇ ਰੱਖ ਸਕਦੇ ਹਾਂ। ਹੁਣ ਇਹ ਮਹਾਨ ਆਤਮਾਵਾਂ ਆਪਣਾ ਸਰੀਰ ਲੈ ਕੇ ਆ ਗਈਆਂ ਇੱਥੇ, ਸਾਰੀਆਂ ਸਰੀਰ ਹੀ ਲੈ ਕੇ ਆਈਆਂ ਨੇ। ਤੇ ਸਰੀਰਕ ਡਿਊਟੀ ਤਾਂ ਸਾਰਿਆਂ ਦੀ ਪ੍ਰਵਾਨ ਹੋ ਗਈ ਇੱਥੇ। ਕੋਈ ਕਿਸੇ ਦਾ ਗੁਆਂਢੀ ਹੈ, ਭਰਾ ਹੈ, ਚਾਚਾ ਹੈ, ਬੱਚੇ ਵੀ ਆਪਣੇ ਲੈ ਕੇ ਆਏ ਨੇ ਕਈ। ਤੇ ਸਰੀਰਕ ਡਿਊਟੀ ਲੱਗੀ, ਇਹ ਤਨ ਦੀ ਡਿਊਟੀ ਪੂਰੀ ਹੋ ਗਈ। ਤਨ ਲੈ ਕੇ ਆ ਗਿਆ ਇੱਥੇ, ਮਨ ਨੇ ਹਾਜ਼ਰੀ ਲਵਾਈ ਉੱਥੇ। ਮਨ, ਦੋਵੇਂ ਚੀਜ਼ਾਂ ਜੁੜੀਆਂ ਨੇ। ਮਨ ਨੇ ਉਹਨੂੰ, ਮਨ ਦੇ ਵਿੱਚ ਉਮੰਗ ਪੈਦਾ ਹੋਈ, ਮਨ ਦੇ ਵਿੱਚ ਪਿਆਰ ਪੈਦਾ ਹੋਇਆ, ਮਨ ਦੇ ਵਿੱਚ ਉਛਾਲਾ ਪੈਦਾ ਹੋਇਆ ਕਿ ਸਰੀਰ ਨੂੰ ਲੈ ਕੇ ਜਾਣਾ। ਇਹ ਦੋਵੇਂ ਚੀਜ਼ਾਂ ਜੁੜ ਗਈਆਂ ਨੇ। ਹੁਣ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ। ਹੁਣ ਇਹ ਸੰਗਰਾਂਦ ਵਾਲੇ ਦਿਨ ਹੀ ਉਛਾਲਾ ਨਹੀਂ ਪੈਣਾ ਚਾਹੀਦਾ। ਇਹ ਉਛਾਲਾ, ਇਹ ਉਮੰਗ ਰੋਜ਼ ਹੋਣੀ ਚਾਹੀਦੀ ਹੈ। ਇਹ ਤੜਪ ਹਰ ਵੇਲੇ ਹੋਣੀ ਚਾਹੀਦੀ ਹੈ ਕਿ ਮਿਲ ਮੇਰੇ ਪ੍ਰੀਤਮਾ ਜੀਓ, ਮੈਂ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੈ ਅੰਨ ਨਾ ਪਾਣੀ। ਇਹੋ ਜਿਹੀ ਅਵਸਥਾ ਬਣ ਜਾਏ ਜੀ। ਹੁਣ ਮੱਛੀ ਹੈ ਨਾ, ਜਿਉ ਮਛਲੀ ਬਿਨ ਪਾਣੀਐ ਕਿਉ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰਿਕੋ ਕਿਉ ਤ੍ਰਿਪਤਾਵੈ। ਹੁਣ ਚਾਤਰਿਕ ਨੂੰ ਬੂੰਦ ਮਿਲਦੀ ਨਾ ਪਾਣੀ, ਉੱਥੋਂ ਮੀਂਹ ਪੈਂਦਾ ਤਾਂ ਉਹਨੂੰ ਪੀਂਦਾ ਹੈ। ਛੱਪੜਾਂ ਦਾ ਪਾਣੀ ਨਹੀਂ ਪੀਂਦਾ, ਗਲਾਸ 'ਚ ਪਾਣੀ ਨਹੀਂ ਪੀਂਦਾ। ਸੁਣਿਆ ਹੈ ਉਹ ਮੀਂਹ ਦਾ ਪਾਣੀ ਪੀਂਦਾ, ਮਰ ਜਾਂਦਾ। ਜਿਉ ਮਛਲੀ ਬਿਨ ਪਾਣੀਐ ਕਿਉ ਜੀਵਨ ਪਾਵੈ। ਮੱਛੀ ਪਾਣੀ ਤੋਂ ਬਗੈਰ ਮਰ ਜਾਂਦੀ ਹੈ। ਤੇ ਇਸੇ ਤਰ੍ਹਾਂ ਗੁਰੂ ਰੂਪ ਸਾਧ ਸੰਗਤ ਜੀ, ਜਿਵੇਂ ਮੱਛੀ ਪਾਣੀ ਤੋਂ ਬਗੈਰ ਮਰ ਜਾਂਦੀ ਹੈ, ਤੇ ਚਾਤਰਿਕ ਬਾਰਿਸ਼ ਦੇ ਪਾਣੀ ਤੋਂ ਬਗੈਰ ਕੋਈ ਪਾਣੀ ਨਹੀਂ ਪੀਂਦਾ, ਇਸੇ ਤਰ੍ਹਾਂ ਬੰਦੇ ਦਾ ਜੀਵਨ ਵੀ ਜਿਹੜਾ ਹੈ ਨਾ, ਨਾਮ ਤੋਂ ਬਗੈਰ, ਸਿਮਰਨ ਤੋਂ ਬਗੈਰ, ਉਸ ਨੂੰ ਮਿਲਣ ਤੋਂ ਬਗੈਰ, ਇਹ ਸਾਰਾ ਬਿਰਥਾ ਹੀ ਹੈ। ਕਿ ਮਨ ਦੇ ਵਿੱਚ ਪਿਆਸ ਨਹੀਂ ਲੱਗੀ, ਤਨ ਖਾ ਰਿਹਾ, ਪੀ ਰਿਹਾ, ਚੰਗਾ ਸਿਹਤ ਬਣਾਈ ਹੋਈ ਹੈ ਇਸ ਤਨ ਨੇ ਤਾਂ। ਤੇ ਦੋਵੇਂ ਪਾਸੇ ਦੀ ਡਿਊਟੀ ਹੈ। ਤੇ ਅਗਲੀ ਪੰਕਤੀ ਦੇ ਵਿੱਚ ਮਹਾਰਾਜ ਉਪਦੇਸ਼ ਕਰਦੇ ਨੇ, ਤੇ ਜਦੋਂ ਮਨ ਦੀ ਤੇ ਤਨ ਦੀ ਡਿਊਟੀ ਲੱਗ ਜਾਵੇ, ਫਿਰ ਇਹ ਸਮਝ ਆ ਜਾਂਦੀ ਹੈ ਕਿ ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਾਗਾ ਪਾਏ। ਸੰਤ ਜਨ ਜਿਹੜੇ ਨੇ, ਸੰਤ, ਹੁਣ ਸੰਤ ਜਨ ਕੀ ਹੁੰਦਾ ਹੈ? ਸੰਤ ਕੋਈ ਇੱਕ ਵਿਆਕਰਣ ਜਦੋਂ ਗੁਰਬਾਣੀ ਦਾ ਅਸੀਂ ਪੜ੍ਹਦੇ ਹਾਂ ਨਾ, ਤੇ ਸੰਤ ਦੇ ਜਿਹੜੇ ਸੱਸੇ ਨੂੰ ਟਿੱਪੀ ਲੱਗੀ ਹੁੰਦੀ ਹੈ ਤੇ ਤੱਤੇ ਨੂੰ ਸਿਹਾਰੀ, ਇਹ ਵਿਆਕਰਣ ਪੜ੍ਹ ਕੇ ਸਮਝ ਆ ਜਾਂਦੀ ਹੈ ਕਿ ਸੰਗਤ, ਸੰਤ ਸੰਗਤ, ਸਾਧ ਸੰਗਤ, ਸੰਤ, ਇਹ ਕਿਤੇ ਮਹਾਰਾਜ ਨੇ ਇੱਕ ਵਚਨ ਵਾਸਤੇ ਵਰਤਿਆ
ਕਿਤੇ ਪਰਮਾਤਮਾ ਵਾਸਤੇ ਵਰਤਿਆ, ਕਿਤੇ ਗੁਰੂ ਵਾਸਤੇ ਵਰਤਿਆ, ਤੇ ਕਿਤੇ ਸਤਸੰਗਤ ਨੂੰ ਵੀ ਸੰਤ ਕਹਿ ਦਿੰਦੇ ਆ ਕਿ ਬਹੁਤ ਸਾਰੀ ਬੈਕੁੰਠ ਨਗਰ ਜਹਾਂ ਸੰਤ ਵਾਸਾ, ਕਿ ਜਿੱਥੇ ਬਹੁਤ ਸਾਰੇ ਸੰਤ ਜਨ ਇਕੱਠੇ ਹੋ ਜਾਣ ਸਤ ਦੀ ਗੱਲ ਕਰਨ, ਤੇ ਉਹ ਵੀ ਸੰਤ ਜਨ ਹੈ। ਸਤਸੰਗਤ ਜਿੱਥੇ ਬਹਿ ਜਾਂਦੀ ਨਾ, ਤੇ ਜਿਸ ਤਰ੍ਹਾਂ ਕੋਈ ਬੰਦਾ ਜਿੱਥੇ ਧਾਰਮਿਕ ਪ੍ਰੋਗਰਾਮ ਹੋ ਰਿਹਾ ਹੈ, ਕਿਤੇ ਚਲੇ ਗਏ ਤੇ ਉੱਥੇ ਸਰੀਰ ਆਪਣਾ ਬੰਦਾ ਲੈ ਗਿਆ, ਉੱਥੇ ਕੋਈ ਗਿਆਨ ਮਿਲੇਗਾ, ਉਹ ਵੀ ਸਤਸੰਗਤ। ਉਹ ਸਤਸੰਗਤ ਦੀ ਸੇਵਾ ਕਰਦੇ, ਕੋਈ ਜੋੜੇ ਝਾੜਦੇ। ਸੰਤ ਸਹਾਈ ਪ੍ਰੇਮ ਕੀ, ਇੱਥੇ ਪ੍ਰੇਮ ਦੀ ਗੱਲ ਹੁੰਦੀ ਹੈ, ਉੱਥੇ ਪ੍ਰੇਮ ਦੀ ਸਿੱਖਿਆ ਮਿਲਦੀ ਹੈ, ਪਰਮਾਤਮਾ ਨੂੰ ਮਿਲਣ ਦੀ ਤੜਪ ਪੈਦਾ ਹੁੰਦੀ ਹੈ, ਤੇ ਉੱਥੇ ਫਿਰ ਬੰਦਾ ਉੱਥੇ ਹੀ ਲੱਗ ਜਾਂਦਾ ਸੇਵਾ ਦੇ ਵਿੱਚ ਕਿ ਮੈਂ ਸੇਵਾ ਕਰਾਂ, ਜੋੜੇ ਝਾੜਾਂ ਗੁਰੂ ਘਰ ਦੀ। ਇੱਥੇ ਫਿਰ ਦੇਖਦਾ ਨਾ, ਗੁਰੂ ਘਰ ਦੀ ਸੇਵਾ ਕਰਦੇ ਨੇ, ਕਿੱਥੇ ਸੰਗਤ ਆ ਕੇ ਬੈਠੇਗੀ, ਸੰਤ ਆ ਕੇ ਬੈਠਣਗੇ। ਸੰਤ ਇੱਕ ਬੰਦੇ ਦੀ ਕੱਲੀ ਡਿਊਟੀ ਨਹੀਂ। ਜਿਨਾ ਸਾਸ ਗਰਾਸ ਨਾ ਵਿਸਰੈ ਹਰਨਾਮਾ, ਮਨ ਮਨ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨਾ ਸਾਸ ਗਰਾਸ ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਤੇ ਉਹ ਇਕੱਲੇ ਬੰਦੇ ਦੀ ਨਹੀਂ, ਕਿਉਂਕਿ ਇੱਥੇ ਇਕੱਲਾ ਬੰਦਾ ਤਾਂ ਦੁਨੀਆ ਦੇ ਵਿੱਚ ਲੱਗਾ ਰਹੇਗਾ ਕਿ ਜੀ ਇੱਕ ਸਥਾਨ ਬਣ ਜਾਂਦਾ, ਇੱਕ ਸਥਾਨ ਬਣ ਜਾਂਦਾ। ਗੁਰੂ ਘਰ 'ਚ ਜਿਹੜਾ ਬੰਦਾ ਵੀ ਆਊਗਾ ਉਹ ਸੰਤ ਹੀ ਆਊਗਾ। ਜੇ ਚੋਰ ਵੀ ਆਊਗਾ ਨਾ, ਇੱਥੇ ਲੁਟੇਰਾ ਵੀ ਆਊਗਾ ਨਾ, ਤੇ ਉਹ ਬਾਹਰ ਗੇਟ ਦੇ ਅੰਦਰ ਆਉਂਦੇ ਹੀ ਨਾ ਆਪਣੀ ਬਿਰਤੀ ਨੂੰ ਸਵਾਰ ਲੈਂਦਾ ਕਿ ਰੱਬ ਦੇ ਦਰ 'ਤੇ ਜਾ ਰਹੇ, ਸਿੱਧਾ ਹੋ ਕੇ ਜਾਵਾਂ, ਆਪਣੇ ਆਪ ਨੂੰ ਸਵਾਰ ਲੈਂਦਾ। ਤੇ ਇੱਥੇ ਭਾਈ ਗੁਰੂ ਘਰ 'ਚ ਸਾਰੇ ਜਿਹੜੇ ਆਉਂਦੇ ਨੇ ਉਹ ਸੰਤ ਹੀ ਆਉਂਦੇ ਨੇ। ਤੇ ਇੱਥੇ ਮਹਾਰਾਜ, ਇੱਥੇ ਸੇਵਾ ਕੀਤੀ ਜਾਂਦੀ ਹੈ। ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕਹਿ ਲਾਗਾ ਪਾਏ। ਤੇ ਇਸ ਅਵਸਥਾ ਤੋਂ ਪਾਰ ਹੋ ਕੇ ਫਿਰ ਦੂਜੀ ਅਵਸਥਾ ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਪ੍ਰਭੂ ਤੋਂ ਬਿਨਾ ਸੁਖ ਨਹੀਂ ਹੈ, ਆਨੰਦ ਨਹੀਂ ਹੈ, ਨਾ ਹੀ ਕਦੇ ਕੋਈ ਦੇ ਸਕਦਾ ਸੁਖ। ਵਿਣ ਪ੍ਰਭ ਕਿਉਂ ਸੁਖ ਪਾਈਏ, ਇਹ ਚੀਜ਼ ਇੱਕੋ ਪੰਕਤੀ ਮਹਾਰਾਜ ਦੀ ਦਿਮਾਗ 'ਚ ਬਿਠਾ ਲਓ, ਕੋਈ ਵੀ ਪੰਕਤੀ, ਉਸਨੇ ਉਦਾਹਰਨ ਲਗਾ ਦੇਣਾ। ਇਹ ਜਿਵੇਂ ਕਹਿੰਦੇ ਨਾ, ਇੱਕ ਬੰਦੇ ਕੋਲ ਕੋਈ ਚੀਜ਼ ਮਹਿੰਗੀ ਜੀ ਹੋਵੇ, ਹੀਰਾ ਹੋਵੇ, ਸੋਨਾ ਹੋਵੇ, ਜਾਂ ਕੋਈ ਮੋਤੀ ਹੋਵੇ ਮਹਿੰਗਾ, ਬਹੁਤ ਕੈਰਟ ਵਾਲਾ, ਤੇ ਉਹ ਅਮੀਰ ਹੋ ਜਾਂਦਾ ਹੈ, ਕਿਸੇ ਨੂੰ ਦੱਸਦਾ ਵੀ ਨਹੀਂ। ਤੇ ਇਸੇ ਤਰ੍ਹਾਂ ਗੁਰਬਾਣੀ ਦੀ ਇੱਕ ਪੰਕਤੀ, ਇੱਕ ਮੋਤੀ ਵਰਗੀ ਪੰਕਤੀ, ਇੱਕ ਹੀਰੇ ਵਰਗੀ ਅਨਮੋਲ ਪੰਕਤੀ ਦਾ ਅਗਰ ਸਾਨੂੰ ਸਮਝ ਆ ਜਾਵੇ ਨਾ ਇੱਕ ਪੰਕਤੀ ਦੀ, ਤੇ ਫਿਰ ਸਾਨੂੰ ਦਰ ਦੀ ਠੋਕਰਾਂ ਖਾਣ ਦੀ ਲੋੜ ਨਹੀਂ, ਦਰ ਦੇ ਟੱਕਰਾਂ ਮਾਰਨ ਦੀ ਲੋੜ ਨਹੀਂ, ਕੰਧਾਂ ਨਾਲ ਸਰ ਮਾਰਨ ਦੀ ਲੋੜ ਨਹੀਂ, ਪਿੱਪਲਾਂ ਨਾਲ, ਸੱਪਾਂ ਨਾਲ, ਇਹ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ। ਬਸ ਇੱਕੋ ਚੀਜ਼ ਰੱਖ ਲਓ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੂਲ ਮੰਤਰ ਦੀ ਉਹਨੂੰ ਹੀ ਰੜਕੀ ਜਾਓ, ਉਹਨੂੰ ਕੋਈ ਦਿਮਾਗ ਵਿੱਚ ਖੋਜੇ ਜਾਓ ਕਿ ਨਿਰਭਉ ਕੀ ਹੈ, ਨਿਰਵੈਰ ਕੀ ਹੈ। ਹੁਣ ਬੰਦਾ ਨਿਰਵੈਰ ਥੋੜ੍ਹੀ ਹੈ, ਬੰਦਾ ਤਾਂ ਵੈਰ, ਕੋਈ ਦੇਸ਼ ਵੀ ਚੰਗਾ ਨਹੀਂ, ਇੱਕ ਦੂਜੇ ਨਾਲ ਵੈਰ ਕਰਦੇ ਨੇ। ਧਰਤੀ 'ਤੇ ਲਕੀਰਾਂ ਮਾਰੀਆਂ ਹੋਈਆਂ ਸਾਰਿਆਂ ਨੇ ਲੜਾਈ ਦੇ ਘਰ। ਕੋਈ ਦੇਸ਼, ਕੋਈ ਸਟੇਟ, ਕੋਈ ਮੁਲਕ, ਕੋਈ ਗੁਆਂਢ ਚੰਗਾ ਨਹੀਂ ਹੈ, ਅੱਜ ਕੱਲ੍ਹ ਸਾਰੇ ਵੈਰੀ ਨੇ ਇੱਕ ਦੂਜੇ ਦੇ। ਤੇ ਪਰਮਾਤਮਾ ਇੱਕ ਨਿਰਵੈਰ, ਖੋਜੀ ਜਾਓ, ਲੱਭੀ ਜਾਓ ਧਰਤੀ 'ਤੇ ਕੋਈ ਵੈਰ। ਸੰਤਾਂ 'ਤੇ ਦੇਖੋ ਲੋ, ਇੱਕ ਦੂਜੇ ਨੂੰ ਮਾਰ ਦਿੰਦੇ ਨੇ, ਜਿਹੜੇ ਸੰਤ ਬਣੇ ਲੰਬੇ ਲੰਬੇ ਚੋਲੇ ਵਾਲੇ ਜਾਂ ਭਗਵੇ ਕੱਪੜੇ ਵਾਲੇ। ਇਹ ਸਭ ਤੋਂ ਜ਼ਿਆਦਾ ਧਾਰਮਿਕ ਬੰਦਾ ਇੱਕ ਦੂਜੇ ਦਾ ਵਿਰੋਧੀ ਹੈ। ਗ੍ਰੰਥੀ ਦਾ ਵਿਰੋਧੀ, ਪ੍ਰਧਾਨ ਦਾ ਵਿਰੋਧੀ, ਰਾਗੀ ਰਾਗਿਆਂ ਦੇ ਵਿੱਚ ਖਟਾਕ ਪੜਾ। ਕਿਵੇਂ ਕਿ ਜਰਾ ਸਾਰੀ ਦੁਨੀਆ ਨਾਲ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਵਿੱਚ ਆ ਜਾਂਦੇ ਨੇ, ਤੇ ਹੈਨ ਵਿਰਲੇ। ਉਹ ਮੈਂ ਅੱਗੇ ਵੀ ਤਾਪ ਜੀ ਨੂੰ ਬੇਨਤੀ ਕਰਦਾ ਕਿ ਵਿਰਲੇ ਜਿਹੜੇ ਨੇ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਉਰੀ। ਅੱਗ ਨੇ ਸਾਰੀ ਦੁਨੀਆ ਨੂੰ ਮਚਾਇਆ ਹੈ, ਤੇ ਸਾਰੀ ਦੁਨੀਆ ਉਹਦੇ ਵਿੱਚ ਸੜਦੀ ਪਈ ਹੈ। ਕੋਈ ਹਰਿਆ ਬੂਟ ਇੱਕ ਅੱਧਾ ਹੈਨ ਵਿਰਲੇ ਨਾ ਹੈ ਘਣੇ, ਉਹ ਕੋਈ ਵਿਰਲੇ ਬਚੇ ਹੋਏ ਨੇ ਇਸ ਤੋਂ। ਤੇ ਇਹ ਚੀਜ਼ ਪੰਕਤੀ ਪੱਲੇ ਬੰਦਲੀ ਨਾ ਕਿ ਵਿਣ ਪ੍ਰਭ ਕਿਉਂ ਸੁਖ ਪਾਈਏ, ਦੂਜੀ ਨਾ ਹੀ ਜਾਏ। ਕਿ ਸੁਖ ਚਾਹੁੰਦੇ ਨਾ ਸਾਰੇ, ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ। ਜੇ ਸੁਖ ਨੂੰ ਚਾਹੁੰਦੇ ਹਨ ਤੇ ਸ਼ਰਨ ਪ੍ਰਭੂ ਦੀ, ਸ਼ਰਨ ਪਰਮਾਤਮਾ ਦੀ, ਸ਼ਰਨ ਅੱਲਾ ਦੀ, ਸ਼ਰਨ ਵਾਹਿਗੁਰੂ ਦੀ। ਕਿਉਂਕਿ ਇਹ ਬੰਦੇ ਦੇ ਨਾਲ ਰਿਲੇਟਡ ਨਾਮ ਨਹੀਂ,
ਹਾਂ ਕਿਸੇ ਨੇ ਕਿਸੇ ਬੰਦੇ ਦਾ ਨਾਮ ਗੋਪਾਲ ਰੱਖ ਲਿਆ ਤੇ ਕੋਈ ਉਹਦੇ ਵਿੱਚ ਗੋਪਾਲ ਥੋੜੀ ਬਣ ਜਾਏਗਾ। ਕਿਸੇ ਨੇ ਬੰਦੇ ਦਾ ਨਾਮ ਰਾਮ ਰੱਖ ਲਿਆ ਤੇ ਰਾਮ ਥੋੜੀ ਬਣ ਜਾਏਗਾ। ਕਿਸੇ ਨੇ ਬੰਦੇ ਦਾ ਨਾਮ ਸਤਨਾਮ ਰੱਖ ਲਿਆ, ਸੱਚਾ ਥੋੜੀ ਹੋ ਜਾਏਗਾ। ਤੇ ਇਸੇ ਤਰ੍ਹਾਂ ਇਹ ਨਾਮ ਜਿਹੜੇ ਨੇ ਪ੍ਰਮਾਤਮਾ ਦੇ ਨੇ, ਉਹਨੂੰ ਖੋਜਣਾ। ਬੰਦੇ ਦੇ ਚੱਕਰਾਂ 'ਚ ਕਹਾਣੀਆਂ ਦੇ ਵਿੱਚੋਂ ਨਿਕਲ ਕੇ ਨਾ, ਕਹਾਣੀਆਂ ਦੇ ਵਿੱਚੋਂ ਨਿਕਲ ਕੇ ਇੱਕ ਸਾਫ ਸੁਥਰੇ ਰਾਹ ਤੇ ਜਾਣਾ। ਤੇ ਸਰੀਰ ਨੇ ਤਾਂ ਸਾਧ ਸੰਗਤ ਜੀ ਮੈਂ ਕਿਹਾ ਮਨ ਤਨ ਪਿਆਸ ਦਰਸ਼ਨ, ਮਨ ਨੂੰ ਤੇ ਤਨ ਨੇ ਰੋਟੀਆਂ ਖਾ ਕੇ ਪਾਣੀ ਪੀ ਕੇ ਇੱਥੇ ਤੇ ਜਾਣਾ। ਇਹਨੇ ਆਪਣਾ ਸਰੀਰ ਵਧਾ ਲੈਂਦਾ ਹੈ ਤੇ ਉਸ ਤੋਂ ਬਾਅਦ ਕਿੱਥੇ ਜਾਣਾ? ਤਨ ਦੀ ਮੰਜ਼ਿਲ ਕਿੱਥੇ ਹੈ? ਤਨ ਦੀ ਮੰਜ਼ਿਲ ਹੈ ਸ਼ਮਸ਼ਾਨ ਘਾਟ ਜਾਂ ਕਬਰਸਤਾਨ ਕਹਿ ਲਓ। ਦੋ ਹੀ ਤਰ੍ਹਾਂ ਸੰਸਕਾਰ ਹੁੰਦੇ ਨੇ, ਜਾਂ ਪਾਣੀ ਵੀ ਸੁੱਟ ਦੋ, ਜਿੱਥੇ ਮਰਜ਼ੀ ਜਾਓ, ਤਨ ਨੇ ਤਾਂ ਨਾਸ ਹੋਣਾ। ਤੇ ਤਨ ਦੀ ਮੰਜ਼ਿਲ ਹੈ ਸ਼ਮਸ਼ਾਨ ਤੇ ਸੁਰਤ ਦੀ ਮੰਜ਼ਿਲ ਹੈ ਰੱਬ ਦਾ ਘਰ। ਤੇ ਦੋਵਾਂ ਦਾ ਰਾਹ ਵੱਖਰਾ ਲੱਭਣਾ ਪੈਣਾ। ਤਨ ਇੱਥੇ ਖਾਣਾ ਪੀਣਾ ਮੌਜਾਂ ਕਰਨੀਆਂ ਨੇ। ਤੇ ਇਸੇ ਤਰ੍ਹਾਂ ਮਨ ਨੂੰ ਵੀ ਸਕੂਨ ਮਿਲੇ, ਮਨ ਨੂੰ ਵੀ ਆਨੰਦ ਮਿਲੇ ਕਿ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ। ਤਾਂ ਕਿ ਸਰਣੀ ਪਰ ਸਾਰੀ ਚੀਜ਼ ਬਨ ਲੈ। ਸਾਰੇ ਸੁੱਖ ਪ੍ਰਮਾਤਮਾ ਦੇ ਦਰ ਤੇ ਮਿਲਨੇ ਨੇ। ਉਸਨੂੰ ਸਿਮਰੇ ਬਗੈਰ ਕੋਈ ਚੀਜ਼ ਨਹੀਂ ਹੱਥ ਪੱਲੇ ਪੈਣੀ। ਤੇ ਜਦੋਂ ਕੋਈ ਪੀੜ ਹੁੰਦੀ ਨਾ, ਫਿਰ ਸੁਖਣਾ ਸੁਖਦਾ ਹੈ। ਪ੍ਰਸਾਦ ਚੜਾਵਾਂਗਾ, ਤੀਰਥਾਂ ਤੇ ਜਾਵਾਂਗਾ, ਪਾਠ ਕਰਾਂਗਾ, ਇੰਨੇ ਪਾਠ ਕਰਾਂਗਾ, ਫਿਰ ਉਹ ਗਿਣਤੀ ਦੇ ਚੱਕਰਾਂ ਵਿੱਚ ਰਹਿ ਜਾਂਦਾ। ਤੇ ਜਦੋਂ ਵਿਹਲਾ ਸੀ, ਬਾਲ ਜਵਾਨੀ ਅਰ ਬਿਰਧ ਫੁੰਨ, ਤਿੰਨੇ ਅਵਸਥਾ ਦੇ ਪੜਾਅ ਨੂੰ ਸਮਝਿਆ ਹੀ ਨਹੀਂ। ਪਹਿਲੀ ਅਵਸਥਾ ਲੰਘਾ ਦੀ, ਦੂਜੀ ਵੀ ਲੰਘਾ ਦੀ, ਤੇ ਤੀਜੀ ਵੀ ਸਰੀਰ ਦੇ ਵਿੱਚ ਪੀੜਾਂ ਹੁੰਦੀਆਂ ਪਈਆਂ ਨੇ। ਫਿਰ ਹੁਣ ਤੀਜਾ ਲੈਵਲ, ਚੌਥਾ ਲੈਵਲ ਖੇਡਿਆ ਜਾਣਾ ਗੇਮ ਦਾ। ਭੱਜੇ ਫਿਰਦੇ ਨੇ ਚਾਰੇ ਪਾਸੇ। ਉਹ ਜੀਵਨ ਨੂੰ ਸਵਾਰਨਾ ਪੈਂਦਾ ਹੈ। ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਤੇ ਅਗਲੀ ਪੰਕਤੀ ਮਹਾਰਾਜ ਉਪਦੇਸ਼ ਕਰਦੇ ਨੇ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ। ਹੁਣ ਜਿਨ੍ਹਾਂ ਨੇ ਪ੍ਰੇਮ ਦਾ ਰਸ ਪਾਇਆ ਨਾ, ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਤੇ ਜਿਨ੍ਹਾਂ ਨੇ ਪ੍ਰੇਮ ਦਾ ਰਸ ਚਾਖਿਆ ਨਾ, ਪ੍ਰੇਮ ਦਾ ਰਸ ਹੈ, ਇਹ ਵੀ ਰਸ ਹੈ। ਜਿਵੇਂ ਰਸ ਕਹਿੰਦੇ ਨਾ, ਰਸ ਪੀਂਦੇ ਆ ਮੌਸਮੀ ਦਾ, ਆ ਜਿਹੜਾ ਗੰਨੇ ਦਾ, ਹੋਰ ਚੀਜ਼ਾਂ ਦਾ ਜੂਸ ਪੀਂਦੇ ਆ, ਇਹ ਜੂਸ ਨੂੰ ਵੀ ਰਸ ਕਹਿੰਦੇ ਆ। ਇਹ ਰਸ ਜਿਹੜਾ ਪ੍ਰੇਮ ਦਾ ਵੀ ਇੱਕ ਰਸ ਹੈ। ਤੇ ਪ੍ਰੇਮ ਦਾ ਰਸ ਮਿਲ ਗਿਆ ਤੇ ਫਿਰ ਸ਼ਾਂਤ ਹੋ ਜਾਂਦਾ ਹੈ, ਤ੍ਰਿਪਤ ਜਾਂਦਾ ਹੈ, ਸੰਤੁਸ਼ਟ ਹੋ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ। ਜਿਨ੍ਹਾਂ ਨੇ ਉਸ ਰਸ ਨੂੰ ਚਖ ਲਿਆ। ਤੇ ਉਸ ਰਸ ਤੋਂ ਵਾਂਝੇ ਲੋਕ ਨਾ, ਉਹਨਾਂ ਨੂੰ ਤੁਸੀਂ ਜੋ ਮਰਜ਼ੀ ਦੁਨੀਆ ਦੀ ਚੀਜ਼ ਦੇ ਦਿਓ, ਸਾਰੇ ਧਰਤੀ ਦਾ ਮਾਲਕ ਬਣਾ ਦਿਓ, ਪੂਰੇ ਪਿੰਡ ਦਾ ਸਰਪੰਚ ਬਣਾ ਦਿਓ। ਜੇ ਸਰਪੰਚ ਬਣ ਗਿਆ ਨਾ, ਪਹਿਲਾਂ ਪੰਚ ਬਣਨ ਨੂੰ ਤੜਪਦਾ, ਫਿਰ ਸਰਪੰਚ ਬਣ ਗਿਆ, ਸਰਪੰਚ ਬਣ, ਫਿਰ ਜ਼ਿਲ੍ਹਾ ਕੌਂਸਲਰ ਬਣਨ ਨੂੰ ਤੜਪਦਾ, ਤੇ ਕੌਂਸਲਰ ਵੀ ਬਣ ਗਿਆ, ਫਿਰ ਕਹਿੰਦਾ ਮੈਂ ਚੇਅਰਮੈਨ ਬਣ ਜਾਵਾਂ, ਫਿਰ ਮੇਅਰ ਬਣ ਜਾਵਾਂ, ਫਿਰ ਜੇ ਪਿੰਡਾਂ 'ਚ ਵਿਧਾਇਕ ਬਣ ਜਾਵਾਂ, ਫਿਰ ਅੱਗੇ MP ਬਣ ਜਾਵਾਂ, ਫਿਰ ਮੰਤਰੀ ਬਣ ਜਾਵਾਂ। ਕੋਈ ਲੈਵਲ ਕਿਤੇ ਵੀ ਨਹੀਂ, ਲੈਵਲ ਕਿਤੇ ਵੀ ਨਹੀਂ। ਇਹਨਾਂ ਲੋਕਾਂ ਨੇ ਪ੍ਰੇਮ ਰਸ ਨਹੀਂ ਹੈ ਇਹਨਾਂ ਦੇ ਵਿੱਚ, ਇਹਨਾਂ ਨੇ ਪ੍ਰੇਮ ਰਸ ਚਾਖਿਆ ਨਹੀਂ। ਜੇ ਪ੍ਰੇਮ ਰਸ ਮਿਲ ਗਿਆ ਨਾ, ਫਿਰ ਤ੍ਰਿਪਤ ਹੋ ਜਾਣਾ ਬੰਦੇ ਨੇ, ਸ਼ਾਂਤ ਹੋ ਜਾਣਾ। ਫਿਰ ਲੋਕੀ ਉਹਨੂੰ ਉੱਪੇ ਬਣਾਈ ਫਿਰਦੇ ਨੇ, ਉਹਨੂੰ ਕੋਈ ਪਰਵਾਹ ਨਹੀਂ। ਤੇ ਉਹ ਮਾਲਕ ਦੀ ਬਾਣੀ ਕਹਿੰਦੀ ਹੈ, ਰਾਜਾ ਸਗਲੀ ਸ਼ਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਰਾਜਾ ਬਣ ਜਾਂਦਾ ਹੈ। ਉਹਨੂੰ ਮਾਲਕ ਇੱਕ ਇਹੋ ਜਿਹੀ ਲੈਵਲ ਤੇ, ਇਹੋ ਜਿਹੇ ਲੈਵਲ ਤੇ ਬਿਠਾ ਦਿੰਦਾ, ਉਹ ਤ੍ਰਿਪਤ ਹੋ ਜਾਂਦਾ ਹੈ। ਤੇ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ। ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਏ। ਹੁਣ ਇਹ ਪੰਕਤੀ ਵੀ ਮਹਾਨ ਹੈ, ਸਾਰੀਆਂ ਪੰਕਤੀਆਂ ਮਹਾਨ ਨੇ। ਜਿੰਨਾ ਮਰਜ਼ੀ ਕਥਾ ਕਰ ਜਾਏਗਾ ਪੰਕਤੀ ਤੇ, ਇੱਕ ਪੰਕਤੀ ਤੋਂ ਅੱਗੇ ਲੰਘਣ ਨੂੰ ਮਨ ਨਹੀਂ ਕਰਦਾ। ਤੇ ਆਪ ਕੀ ਕਹਿੰਦੇ ਨੇ ਇੱਥੇ? ਆਪ ਦੀ ਗੱਲ ਹੋਈ ਹੰਕਾਰ ਦੀ। ਆਪਾਂ ਛੱਡਦੇ ਆਪਣੇ ਆਪ ਨੂੰ, ਇਹ ਛੱਡਦੇ ਕਿ ਮੈਂ ਬਹੁਤ ਉੱਚੀ ਚੀਜ਼ ਹਾਂ, ਮੇਰੇ ਕੋਲ ਕਾਰ ਹੈ, ਮੇਰੇ ਕੋਲ 4 ਕੋਠੀਆਂ ਨੇ, ਮੇਰੇ ਕੋਲ ਰਿਸ਼ਤੇਦਾਰ ਬੜੇ ਨੇ, ਮੇਰੇ ਕੋਲ ਮੇਰੇ ਜਾਣਨ ਵਾਲੇ ਯਾਰ ਮਿੱਤਰ ਬੜੇ ਨੇ। ਇਹਨਾਂ ਚੱਕਰਾਂ 'ਚ ਲੱਗੀ ਦੁਨੀਆ। ਫਲਾਣੇ ਨੂੰ ਮੈਂ ਜਾਣਦਾ, ਫਲਾਣੇ ਨੂੰ ਉਹ ਜਾਣਦਾ। ਇਹ ਚੀਜ਼ਾਂ ਛੱਡ ਕੇ ਨਾ
ਇੱਥੇ ਨੀਵਾਂ ਹੋ ਕੇ ਆ ਕੇ ਇੱਕ ਵਾਰੀ ਸਿਜਦਾ ਤਾਂ ਕਰਕੇ ਦੇਖ ਮਾਲਕ ਨੂੰ, ਤੇ ਆਪ ਤਿਆਗ ਬੇਨਤੀ ਕਰਾਂ ਲਿਹੋ ਪ੍ਰਭੂ ਲੜ ਲਾਏ। ਇਹ ਬੇਨਤੀ ਕਰ, ਐ ਮੇਰੇ ਮਾਲਕ ਮੈਂ ਤੇਰੇ ਅੱਗੇ ਇਹ ਅਰਦਾਸ ਕਰਦਾ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਜਦ ਮੇਰਾ ਕੁਛ ਹੈ ਹੀ ਨਹੀਂ, ਇਹ ਕੋਠੀ ਵੀ ਤੇਰੀ, ਇਹ ਸਰੀਰ ਜਿਹੜਾ ਤੂੰ ਪੈਦਾ ਕੀਤਾ ਨਾ ਸਾਡਾ ਛੋਟਾ ਜਿਹਾ, ਕਿੰਨਾ ਵਜਾ ਸੀ 2-3 ਕਿਲੋ ਦਾ, 1 ਕਿਲੋ ਦਾ ਪੈਦਾ ਹੋਣਾ, 2-2.5 ਕਿਲੋ ਦਾ, ਅੱਜ 50 ਕਿਲੋ ਦੇ 80 ਕਿਲੋ ਦੇ ਬੈਠੇ ਚੋਕੜਾ ਮਾਰ ਕੇ ਇੱਥੇ, ਇਹ ਸਭ ਕੁਝ ਤੇਰਾ ਹੀ। ਫੂਕ ਦੀ ਨਿਕਲ ਗਈ ਨਾ, ਲੋਕਾਂ ਨੇ ਘਰ ਵੀ ਨਹੀਂ ਰੱਖਣਾ, ਰੇ ਬੋਰੇ ਤੋਂ ਇਹ ਘਰ ਹੀ ਨਾ ਰੱਖਿਆ ਕੋਈ, ਫਿਰ ਕਾਹਦਾ ਆਪਾ, ਫਿਰ ਕਾਹਦਾ ਮਾਣ, ਫਿਰ ਕਾਹਦਾ ਗੁਮਾਨ, ਫਿਰ ਕਾਹਦਾ ਹੰਕਾਰ, ਫਿਰ ਕੀ ਹੈ, ਕੁਛ ਵੀ ਨਹੀਂ। ਤੇ ਇਹ ਪੰਕਤੀ ਮਹਾਰਾਜ ਦੀ ਇਹ ਆਪਾ ਛੱਡਣ ਨੂੰ ਕਹਿੰਦੀ ਹੈ ਕਿ ਰੇ ਬੋਰੇ ਤੋਂ ਇਹ ਘਰ ਹੀ ਨਾ ਰੱਖਿਆ ਕੋਈ, ਤੂੰ ਰਾਮ ਨਾਮ ਜਪ ਸੋਈ। ਤੈਨੂੰ ਜਦੋਂ ਇਹ ਘੜੀ ਦਾ ਹੀ ਤੇਰੇ ਨਾਲ ਇਹਨਾਂ ਰਿਸ਼ਤਾ ਹੀ ਨਹੀਂ ਹੈ, ਕਾਢੋ ਕਾਢ ਹੋ ਜਾਂਦੀ ਹੈ। ਦੇਵਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ ਭਾਈ, ਦੇਵਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ ਭਾਈ, ਲਖ ਛਟਕਾਏ ਤੜੀਆ ਰੋਵੇ ਹੰਸ ਕਿੱਲਾ, ਜਾਣਾ ਰੂਹ ਨੇ ਕਿੱਲਾ। ਸਰੀਰ ਨੂੰ ਸਾੜ ਕੇ ਲੋਕਾਂ ਨੇ 10 ਮਿੰਟਾਂ 'ਚ ਆ ਜਾਣਾ ਹੈ। ਤੇ ਇਸ ਮਨ ਕੋ ਖੋਈ ਖੋਜੋ ਭਾਈ, ਤਨ ਛੁੱਟੇ ਮਨ ਕਾ ਸਮਾਈ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁੱਟੇ, ਜੇ ਤਨ ਨਹੀਂ ਛੁੱਟਣਾ ਨਾ ਫਿਰ ਮਨ ਕਿੱਥੇ ਜਾਊਗਾ। ਤੇ ਉਸ ਵਾਸਤੇ ਸਰੀਰ ਦੇ ਨਾਲੋਂ ਨਾਤਾ ਤੋੜ ਕੇ ਕਿ ਸਰੀਰ ਦੀ ਰੋਟੀ ਧਰਤੀ ਤੱਕ ਹੈ, ਖਾਣ ਪੀਣ ਤੱਕ, ਤੇ ਜਿਹੜਾ ਸਾਡਾ ਦਿਮਾਗ ਹੈ ਜਿਹਦੇ ਨਾਲ ਅਸੀਂ ਪੜ੍ਹਾਈ ਕਰਦੇ ਹਾਂ, ਜਿਹਦੇ ਨਾਲ ਅਸੀਂ ਬੋਲਦੇ ਹਾਂ, ਜਿਹਦੇ ਨਾਲ ਅਸੀਂ ਕੋਈ ਕੰਮ ਸਿੱਖਦੇ ਹਾਂ, ਹਾਰਮੋਨੀਅਮ ਵਜਾਉਂਦੇ, ਤਬਲੇ ਵਜਾਉਂਦੇ, ਕੋਈ ਇੰਜੀਨੀਅਰ ਬਣਦਾ, ਕੋਈ ਸੀਏ ਬਣਦਾ, ਕੋਈ ਬੜੇ ਬੜੇ ਬੀਟੈਕ ਕਰਦੇ ਨੇ, ਕਿੰਨੇ ਕਿੰਨੇ ਕੋਰਸ ਨੇ ਜਿਹਨੇ ਗਿਣਤੀ ਕੋਈ ਨਹੀਂ। ਉਹ ਸਾਰੇ ਕਾਹਦੇ ਨਾਲ, ਸਰੀਰ ਦੇ ਨਾਲ ਥੋੜ੍ਹੀ ਹੁੰਦੇ ਨੇ, ਮਨ ਦੇ ਨਾਲ ਹੁੰਦੇ ਨੇ। ਕਿੰਨੀ ਕਿੰਨੀ ਪੜ੍ਹਾਈਆਂ ਕਰਦੇ ਨੇ, ਕੋਈ PCS ਬਣਦਾ, AS IAS ਬਣਦਾ, ਫਿਰ IPS ਬਣਦੇ, ਫਿਰ ਬੜੀ ਬੜੀ ਪੋਸਟਾਂ 'ਤੇ ਜਾਂਦੇ ਨੇ, DGP ਤੱਕ ਦੇ ਰੈਂਕ ਪਾਰ ਕਰ ਲੈਂਦੇ ਨੇ ਸਾਰੇ ਭਰ ਕੇ। ਇੰਸਪੈਕਟਰ ਤੋਂ ਅੱਗੇ ਪ੍ਰਮੋਸ਼ਨ ਹੁੰਦੇ ਹੁੰਦੇ ਕਿੱਥੇ ਤੱਕ ਚਲੇ ਜਾਂਦੇ ਨੇ ਲੋਕ। ਕਿੰਨੇ ਉਹਨਾਂ ਦੇ ਦਿਮਾਗ ਚਲਾਕਿਆਂ ਨਾਲ ਜਾਂਦੇ, ਤੇ ਉਹ ਆਪਾ ਛੱਡਦੇ, ਉਹ ਹੰਕਾਰ ਛੱਡਦੇ। ਬਸ ਇੱਕੋ ਹੀ ਬੇਨਤੀ ਕਰ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇ ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਫਿਰ ਮੇਰਾ ਕੁਛ ਵੀ ਨਹੀਂ ਹੈ ਮਾलिक। ਤੇ किसी पंक्ति आप जी ने पहले सुनी होनी कि मिटा दे अपनी हस्ती, अगर कुछ मर्तबा चाहिए कि दाना खाक में मिलकर गुले गुलजार होते। ਤੇ ਆਪਾ ਛੱਡਣ ਵਾਲੀ ਗੱਲ ਹੈ, ਜੇ ਦਾਣੇ ਨੂੰ ਅਸੀਂ ਆਪਣੇ ਹੰਕਾਰ ਨੂੰ ਮਿਟਾ ਕੇ ਨਾ, ਕੋਈ ਦਾਣਾ ਹੈ ਕਣਕ ਦਾ, ਮੱਕੀ ਦਾ, ਉਸਨੂੰ ਫਰਸ਼ 'ਤੇ ਰੱਖ ਦਿਓ, ਜਾਂ ਇੱਥੇ ਲੋਹੇ ਦੇ ਗੋਲਕ ਦੀ ਗੋਲਕ 'ਤੇ ਰੱਖ ਦਿਓ, ਜੰਮੇਗਾ ਨਹੀਂ, ਖਰਾਬ ਹੋ ਜਾਏਗਾ, ਮਿੱਟੀ ਵਿੱਚ ਮਿਲਣਾ ਪੈਣਾ। ਤੇ ਆਪਾ ਛੱਡਣ ਵਾਲੀ ਗੱਲ ਇਹ ਹੈ, ਤੇ ਫਿਰ ਮਿੱਟੀ ਵਿੱਚ ਮਿਲ ਜਾਵਾਂਗੇ ਨਾ, ਜਿੱਥੋਂ ਜੰਮੇ, ਫਿਰ ਅਸੀਂ ਖਿੜਾਂਗੇ, ਫਿਰ ਵਧਾਂਗੇ ਵੀ ਤੇ ਖਿੜਾਂਗੇ ਵੀ, ਫਿਰ ਫੁੱਲ ਵੀ ਲੱਗੂਗਾ, ਫਿਰ ਖੁਸ਼ਬੂ ਵੀ ਵੰਡਣੀ ਹੈ। ਉਹ ਲੈਵਲ 3-4 ਪਾਰ ਕਰਨੇ ਪੈਣੇ। ਪਰ ਕਾਹਦੇ ਵਾਸਤੇ? ਜੇ ਹੰਕਾਰ ਜਰਾ ਸਾ ਵੀ ਕਿਸੇ ਚੀਜ਼ ਦਾ ਵੀ ਮਾਣ ਆ ਗਿਆ, ਬੋਲਣ ਦਾ, ਗਾਣ ਦਾ, ਵਜਾਉਣ ਦਾ, ਤੁਰਨ ਦਾ, ਫਿਰਨ ਦਾ, ਸੋਹਣੇ ਰੂਪ ਦਾ, ਫਿਰ ਉਹ ਸਾਰੀ ਜਿਹੜੀ ਹੈ ਕਿੰਨਾ ਮਰਜ਼ੀ ਸਿਮਰਨ ਕਰ ਲਓ, ਜੇ ਰੱਤੀ ਮਾਤਰ ਵੀ ਆਪਾ ਹੈ, ਹੰਕਾਰ ਹੈ, ਤੇ ਫਿਰ ਸਮਝ ਲੈਣਾ ਕਿ ਜੀਵਨ ਬਿਰਥਾ ਹੈ। ਤੇ ਜੋ ਹਰ ਕੰਤ ਮਿਲਾਈਆ ਸੇ ਵਿਛੜਕ ਤੈ ਨਾ ਜਾਏ। ਜਿਨ੍ਹਾਂ ਨੇ ਜਿਨ੍ਹਾਂ ਤੇ ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ, ਜਿਨ੍ਹਾਂ ਨੂੰ ਉਹਨੇ ਆਪਣੇ ਨਾਲ ਮਿਲਾ ਲਿਆ, ਵਿਛੜਕ ਤੈ ਨਾ ਜਾਏ। ਵੇ ਵਿਛੜ ਕੇ ਹੋਰ ਦੂਜੀ ਥਾਂ ਜਾ ਹੀ ਨਹੀਂ ਸਕਦੇ। ਜਿਨ੍ਹਾਂ ਤੇ ਇੰਨੀ ਰਹਿਮਤ ਹੋ ਜਾਂਦੀ, ਜਿਨ੍ਹਾਂ ਨੂੰ ਗੁਰਬਾਣੀ ਸਮਝ ਆ ਜਾਂਦੀ, ਉਹ ਨਹੀਂ ਵਿਛੜਦੇ। ਉਹ ਸਾਰੇ ਦਰ ਛੱਡ ਦਿੰਦੇ ਨੇ, ਦਰ ਦੀਆਂ ਠੋਕਰਾਂ ਛੱਡ ਦਿੰਦੇ ਨੇ, ਤੇ ਬੰਦਿਆਂ ਤੇ ਵਿਸ਼ਵਾਸ ਕਰਨਾ ਜੇ ਬੰਦੇ ਨੂੰ ਜਿਸ ਮਾਨੁਖ ਪੈ ਕਰੂੰ ਬੇਨੰਤੀ ਸੋ ਆਪਣੇ ਦੁੱਖ ਭਰਿਆ। ਉਹਨਾਂ ਨੇ ਪੰਕਤੀ ਦਿਮਾਗ 'ਚ ਬਿਠਾਈ ਹੋਈ ਹੈ ਕਿ ਬੰਦੇ ਤੇ ਵੀ ਭਰੋਸਾ ਛੱਡਦੇ, ਬੰਦੇ ਦੀ ਸੇਵਾ ਕਰਦੇ ਨੇ, ਬੰਦੇ ਦਾ ਇੱਕ ਹੈਲਪ ਕਰਦੇ ਨੇ। ਉਹ ਇੱਕ ਅਲੱਗ ਹੈ ਕਿ ਕਿਸੇ ਮਜਬੂਰ ਦੀ ਹੈਲਪ ਕਰ ਦੇਣੀ,
ਜਾਂ ਕਿਸੇ ਧਾਰਮਿਕ ਕੰਮ 'ਚ ਹੈਲਪ ਕਰ ਦੇਣੀ, ਇਹ ਲੈਵਲ ਅਲੱਗ ਹੈ। ਪਰ ਇੱਕ ਬੰਦੇ ਨੂੰ ਰੱਬ ਦਾ ਦਰਜਾ ਦੇਣਾ, ਇੱਕ ਬੰਦੇ ਨੂੰ ਸਭ ਕੁਝ ਮੰਨਣਾ, ਇੱਕ ਬੰਦੇ ਨੂੰ ਗੁਰੂ ਮੰਨਣਾ, ਇੱਕ ਬੰਦੇ ਨੂੰ ਰੱਬ ਬਣ ਲੈਣਾ, ਉਹ ਗੱਲਾਂ ਅਲੱਗ ਨੇ। ਤੇ ਉਹ ਕਿਤੇ ਨਹੀਂ ਜਾਂਦੇ, ਫਿਰ ਉਹ ਵਿਛੜਦੇ ਨਹੀਂ ਪਰਮਾਤਮਾ ਨਾਲੋਂ। ਕੋਈ ਵੀ ਆ ਜਾਵੇ, ਰੱਬ ਆਪ ਵੀ ਬਣ ਜਾਵੇ ਨਾ, ਆ ਕੇ ਮੈਂ ਰੱਬ ਹਾਂ। ਸਾਰੀ ਦੁਨੀਆ ਬਣੀ ਫਿਰਦੀ ਰੱਬ, ਇੱਥੇ ਤਾਂ ਗਿਣਤੀ ਕੋਈ ਨਹੀਂ। 33 ਕਰੋੜ ਹੀ ਰੱਬ ਬਣੇ ਫਿਰਦੇ ਨੇ। ਮੈਂ ਕਹਿੰਦਾ ਹੁਣ 33 ਕਰੋੜ ਤੋਂ ਵੀ ਜ਼ਿਆਦਾ ਹੋ ਗਏ ਹੁਣ। ਸੁਣਿਆ ਅਸੀਂ ਗਿਣਤੀ ਨਹੀਂ, ਮੈਂ ਕਹਿੰਦਾ 33 ਕਰੋੜ ਦੇ ਰੌਲਾ ਪਾਉਣ ਵਾਲੇ ਨੂੰ 100 ਨਾਮ ਨਹੀਂ ਯਾਦ ਹੋਣੇ। ਤੇ ਹੁਣ ਇਹ ਪਹਿਲੇ 33 ਕਰੋੜ ਉਹਨਾਂ ਨੇ ਕਿਤਾਬਾਂ 'ਚ ਲਿਖਿਆ ਹੋਣਾ, ਜਿਹੜੇ ਗ੍ਰੰਥ ਨੇ ਪੁਰਾਣੇ। ਹੁਣ ਜਿਹੜੇ ਨਵੇਂ ਗ੍ਰੰਥ ਲਿਖੇ ਜਾਣੇ ਨੇ ਨਾ, ਤੇ 33 ਕਰੋੜ ਪਲੱਸ ਹੋ ਜਾਣੇ ਦੂਜੇ। ਇਹ ਉਹ ਕਹਿੰਦੇ ਉਹ ਸਤਯੁਗ ਦੇ ਸੀ, ਉਹ ਦੁਆਪਰ ਦੇ ਸੀ, ਉਹ ਇਹ ਕਲਯੁਗ ਦੇ ਹੁਣ ਆ ਗਏ ਨੇ ਜਿਹੜੇ ਰੱਬ। ਜਿਹੜਾ ਕਲਯੁਗ ਇੱਥੇ ਕਹਿੰਦਾ, ਕੋਈ ਕਲਯੁਗ ਕੋਈ ਸਮਾਂ ਨਹੀਂ ਹੈ। ਕਲਯੁਗ ਕੋਈ ਇਹ ਨਹੀਂ ਹੈ ਕਿ ਇਹ ਤਾਂ ਪਰਮਾਤਮਾ ਹਰ ਵੇਲੇ ਸਤਯੁਗ ਹੀ ਹੈ। ਜਿੱਥੇ ਸਤ ਦੀ ਗੱਲ ਹੁੰਦੀ ਹੈ ਉਹ ਸਤਯੁਗ, ਜਿੱਥੇ ਚਲਾਕਿਆਂ ਦੀ ਕਾਲ ਦੀ ਗੱਲ ਹੁੰਦੀ ਹੈ ਉਹ ਕਲਯੁਗ। ਲੁੱਟਣ ਦੀ, ਮਾਰਨ ਦੀ, ਖਾਉਣ ਦੀ, ਕਿਸੇ ਨੂੰ ਦਬਾਉਣ ਦੀ ਗੱਲ ਹੁੰਦੀ ਹੈ, ਕਲਯੁਗ ਹੈ। ਉਹ ਕਲਯੁਗ ਵਾਲੇ ਹੁਣ ਇਹਨਾਂ ਨੇ ਬਣਾ ਦਿੰਦੇ ਨੇ ਕਲਯੁਗ। ਤਿੰਨ ਲੈਵਲ ਪਤਾ ਕਿਹੜੇ ਨੇ? ਕਾਲ ਹੁੰਦਾ ਜਿਹੜਾ ਹਰ ਬੰਦੇ ਦੇ ਜੀਵਨ 'ਚ, ਸਤਯੁਗ, ਕਲਯੁਗ, ਦੁਆਪਰ ਆਉਂਦਾ। ਜਿਵੇਂ ਸਾਡੇ 3 ਲੈਵਲ ਪਾਰ ਹੁੰਦੇ ਜ਼ਿੰਦਗੀ ਦੇ, ਸਤਯੁਗ, ਦੁਆਪਰ, ਤ੍ਰੇਤਾ, ਭਣੀਏ, ਕਲਯੁਗ, ਉਤਮੋ ਜੁਗਾ ਮਾਹੇ। ਉਹ 4 ਲੈਵਲ ਨੇ। ਜਿਵੇਂ ਬਾਲ, ਜਵਾਨੀ, ਬਿਰਧ, ਫੂਨ, 3 ਅਵਸਥਾ ਜਾਣ। ਇਹ 3 ਅਵਸਥਾ ਤੋਂ ਬਾਅਦ ਇੱਕ ਸਤਯੁਗ ਅਵਸਥਾ, ਜਦੋਂ ਅਸੀਂ ਜਿੱਥੇ ਜਾਣਾ, ਇਹਨਾਂ 3 ਚੋਂ ਲੱਗਣਾ ਪੈਣਾ। ਕਾਲ ਕੋਈ ਸਮਾਂ ਹੈ, ਜਿਵੇਂ ਹਰ ਬੰਦੇ ਦੇ ਸਾਡਾ ਬਚਪਨਾ ਲੰਘ ਗਿਆ, ਹੁਣ ਜੀਵਨ 'ਚ ਦੂਜੇ ਪੜਾਅ 'ਚ ਦੂਜੀ ਗੇਮ ਚੱਲ ਰਹੀ, ਇਹ ਵੀ ਲੰਘ ਜਾਣੀ, ਇਹ ਦੂਜਾ ਲੈਵਲ ਹੋ ਗਿਆ। ਉਹ ਤੀਜਾ ਆ ਜਾਣਾ, ਉਹ ਵੀ ਲੰਘ ਜਾਣਾ। ਇਹ ਲੈਵਲ, ਇਹ ਸਮਾਂ ਹੈ, ਇਹ ਸਭ ਨੂੰ ਖਾ ਰਿਹਾ ਹੈ ਕਾਲ। ਤੇ ਕਾਲ ਦੀ ਗੱਲ ਕਰਦਾ ਹੈ, ਇੱਕ ਸਮਾਂ ਜਿਹੜਾ ਸਾਰਿਆਂ ਨੂੰ ਖਾ ਰਿਹਾ, ਬੱਚਿਆਂ ਨੂੰ ਵੀ ਖਾ ਰਿਹਾ, ਬੜਿਆਂ ਨੂੰ ਵੀ ਖਾ ਰਿਹਾ, ਬੁੱਢੇ ਨੂੰ ਵੀ ਖਾ, ਦਰਖਤਾਂ ਨੂੰ ਵੀ ਖਾ ਰਿਹਾ, ਸਭ ਨੂੰ ਖਾ ਰਿਹਾ। ਇਸ ਤੋਂ ਕੋਈ ਨਹੀਂ ਬਚ ਸਕਿਆ। ਤੇ ਜਿਨ੍ਹਾਂ ਨੂੰ ਇਹ ਗੱਲਾਂ ਸਮਝ ਆ ਜਾਂਦੀਆਂ ਨੇ, ਉਹ ਪਰਮਾਤਮਾ ਤੋਂ ਵਿਛੜਦੇ ਨੇ। ਤੇ ਹੁਣ ਜਿਹੜੇ ਆਣ ਨਾ ਕਲਯੁਗ ਬੜਾ ਕਰੇ ਲੋਕਾਂ ਨੇ, ਹੁਣ ਜੋ ਲਿਖ ਰਹੇ ਲੋਕੀ ਗ੍ਰੰਥ, ਮੈਂ ਅਖਬਾਰਾਂ 'ਚ ਪੜ੍ਹਦੇ, ਅਖਬਾਰਾਂ ਵਾਲੇ ਨੇ ਉਸ ਵੇਲੇ ਦੇ ਜਿਹੜੇ ਜਿਨ੍ਹਾਂ ਨੇ ਗ੍ਰੰਥ ਛਾਪੇ ਸੀ, ਉਹ ਅਖਬਾਰਾਂ ਦੇ ਰਿਪੋਰਟਰ ਲਿਖਦੇ ਨੇ, ਜਿਹੜੇ ਇਤਿਹਾਸਕਾਰ ਸਾਹਿਤ ਲਿਖਦੇ ਨੇ, ਜਿੱਥੇ ਕਿਤਾਬਾਂ ਲਿਖਦੇ ਨੇ, ਉਹ ਸਾਰੇ ਇਹੀ ਲੋਕ ਨੇ। ਚਲਾਕ ਲੋਕਾਂ ਨੇ ਆਪਣੀ ਮਰਜ਼ੀ ਦਾ ਇਤਿਹਾਸ ਲਿਖਿਆ ਹੈ, ਜਿਹੜਾ ਸਾਨੂੰ ਪਰਵਾਹ ਨਹੀਂ, ਜਿਹੜਾ ਝੂਠਾ ਹੋ ਰਿਹਾ। ਹੁਣ ਅਖਬਾਰ ਪੜ੍ਹਦੇ ਸੀ, ਮੈਂ ਅਖਬਾਰ ਵੀ ਸਾਰੇ ਝੂਠੇ ਨੇ, ਅੱਧੇ ਤੋਂ ਜ਼ਿਆਦਾ। TV 'ਤੇ ਖਬਰਾਂ ਦੇਖੋ ਜੀ, ਇਹੋ ਜਿਹੀ ਖਬਰਾਂ ਬਣਾ ਕੇ ਲਾਉਣਗੇ ਜੀ ਕਿ ਜੀ ਆਹ ਦੇਖੋ ਕ੍ਰਿਕਟ ਦਾ ਭਗਵਾਨ ਆ ਗਿਆ, ਕ੍ਰਿਕਟ ਦਾ ਭਗਵਾਨ ਆ। ਕ੍ਰਿਕਟ ਦੀ ਗੇਮ ਹੀ ਨਹੀਂ ਸੀ ਪਹਿਲਾਂ, ਹੁਣ ਬਣੀ ਹੈ। ਸਚਿਨ ਤੇਂਦੁਲਕਰ ਕ੍ਰਿਕਟ ਦਾ ਭਗਵਾਨ ਹੈ ਜੀ। ਸੁਣਿਆ ਹੋਣਾ ਤੁਸੀਂ ਅਖਬਾਰਾਂ ਦੇ ਵਿੱਚ। ਇਹ ਭਗਵਾਨ ਕਿੱਥੋਂ ਪੈਦਾ ਹੋ ਗਿਆ ਭਾਈ? ਤੇ ਇੱਕ ਫਿਲਮਾਂ ਦਾ ਅਮਿਤਾਭ ਬੱਚਨ ਨੂੰ ਭਗਵਾਨ ਬਣਾ ਲੈਣਾ ਲੋਕਾਂ ਨੇ। ਕਈਆਂ ਨੇ ਫੋਟੋਆਂ, ਸ੍ਰੀ ਦੇਵੀ ਦੀ ਫੋਟੋਆਂ, ਹੇਮਾ ਮਾਲਿਨੀ ਦੀ ਫੋਟੋਆਂ ਗਲੇ 'ਚ ਲਮਕਾਈ ਹੋਈ ਲੋਕਾਂ ਨੇ। ਇਹ ਲੋਕੀ ਥੋੜੇ ਪੈਸੇ ਵਾਲੇ ਹੋ ਜਾਣਗੇ, ਇਹਨਾਂ ਨੇ ਭਗਵਾਨ ਬਣਾ ਕੇ ਰੱਖ ਲੈਣੇ ਇਹਨਾਂ ਨੂੰ। ਕਿਸੇ ਦਾ ਮੋਦੀ, ਹਰ ਹਰ ਮੋਦੀ, ਘਰ ਘਰ ਮੋਦੀ। ਇਹ ਮੋਦੀ ਭਗਵਾਨ ਹੋ ਗਿਆ ਤੁਹਾਡਾ ਭਗਵਾਨ ਹੋਣਾ ਮੋਦੀ। ਸਾਰਿਆਂ ਦਾ ਭਗਵਾਨ ਹੈ ਮੋਦੀ। ਹੁਣ ਆਪਣੇ ਘਰ ਵਾਲੇ ਜਿਨ੍ਹਾਂ ਨੂੰ ਉਹਦਾ ਦਾ ਲਾਲਚ ਹੈ, ਉਹਨਾਂ ਦਾ ਭਗਵਾਨ ਹੋਣਾ ਹੈ ਕ੍ਰਿਕਟਰ। ਰਿੰਕੀ ਪੋਟਿੰਗ, ਸੁਜੈ ਸੂਰਯਾਜਾ, ਪਾਕਿਸਤਾਨ ਦੇ ਹੋਰ ਦੇਸ਼ਾਂ ਦੇ ਖਿਡਾਰੀ ਨੇ, ਜਿਹੜੇ ਉਹ ਸਾਰੇ ਉਹ ਸ਼ੈਤਾਨ ਸੀਗੇ। ਉਹਨਾਂ ਨੂੰ ਸ਼ੈਤਾਨ ਬਣਾ ਦੇਣਾ ਨੇ। ਕਿ ਜੇ ਆਸਟ੍ਰੇਲੀਆ ਵਾਲੀ ਤੋਂ ਕਿੰਨੀ ਵਾਰੀ ਹਾਰਦੇ ਰਹੇ ਆ ਟੀਮਾਂ, ਇੰਗਲੈਂਡ ਤੋਂ, ਆਸਟ੍ਰੇਲੀਆ ਤੋਂ ਕਿੰਨੀ ਵਾਰੀ ਹਾਰਦੇ ਰਹੇ ਆ ਆਸਟ੍ਰੇਲੀਆ ਤੋਂ, ਤੇ ਉਹ ਸ਼ੈਤਾਨ ਨੇ। ਤੁਸੀਂ ਜਿੱਤ ਗਏ, ਤੁਸੀਂ ਹਾਰੋ ਤਾਂ ਵੀ ਭਗਵਾਨ, ਤੁਸੀਂ ਜਿੱਤੋ ਤਾਂ ਵੀ ਭਗਵਾਨ। ਇਹ ਕਾਹਦੇ ਵਾਸਤੇ? ਹੁਣ ਸ਼ਾਹਰੁਖ ਖਾਨ ਦੀ ਫੋਟੋ ਰੱਖ ਲੈਣੀ ਲੋਕਾਂ ਨੇ, ਜੇ ਕੋਈ ਇਹਦੇ ਪ੍ਰੇਮੀ ਨੇ। ਅਮੀਰ ਖਾਨ ਨੂੰ ਭਗਵਾਨ ਬਣਾਇਆ। ਤੁਸੀਂ ਡੂਬ ਕੇ ਮਰ ਜਾਓ ਯਾਰ। ਨਾ ਸਮਝੀ ਦਾ ਕਾਰਨ ਹੈ ਇਸ ਦੇਸ਼ ਦੇ ਵਿੱਚ ਬਹੁਤੀ ਜ਼ਿਆਦਾ ਨਾ ਗਧਿਆਂ ਦੀ ਡਿਊਟੀ ਲੱਗੀ ਹੋਈ ਹੈ। ਗਧੇ ਘੁੰਮ ਰਹੇ, ਸਰੀਰ ਉਹਨਾਂ ਦਾ ਬੰਦਿਆਂ ਵਾਲਾ, ਪਰ ਗਧੇ ਨੇ। ਬਿਰਤੀ ਜਿਹੜੀ ਗਧਿਆਂ ਵਾਲੀ ਹੋ ਗਈ। ਗਧੇ ਨੂੰ ਅਕਲ ਹੁੰਦੀ ਹੈ, ਬੰਦਿਆਂ ਨੂੰ ਅਕਲ ਨਹੀਂ ਇੱਥੇ। ਇਹ ਭਗਵਾਨ ਬਣਾਏ ਫਿਰਦੇ ਨੇ। ਤੇ ਬਾਣੀ ਦਾ ਉਪਦੇਸ਼ ਇਹ ਕਹਿੰਦਾ, ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤੈ ਨਾ ਜਾਏ। ਵਿਛੜਨਾ ਮਤਲਬ ਮੈਂ ਇਸ ਗੱਲ ਨੂੰ ਤਾਂ ਖੋਲੀ ਹੈ ਕਿ ਵਿਛੜਨਾ ਨਹੀਂ ਰੱਬ ਤੋਂ। ਕੋਈ ਮਰਜ਼ੀ ਹੋਵੇ, ਜਿੰਨਾ ਮਰਜ਼ੀ ਪੈਸੇ ਵਾਲਾ ਹੋਵੇ, ਜਿੰਨਾ ਮਰਜ਼ੀ ਵੱਡਾ ਲੀਡਰ ਹੋਵੇ, ਤੇ ਤੁਹਾਡਾ ਛੋਟਾ ਘਰ ਵੀ ਹੈ ਨਾ, ਉਹਦੇ ਵਿੱਚ ਵੀ ਸਕੂਨ ਆ ਸਕਦਾ ਹੈ। ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਕਿਤੈ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ।
ਕੀ ਕਰਨਾ ਉਹਨਾਂ ਨੂੰ ਮਹਿਲਾਂ ਨੂੰ, ਕੀ ਕਰਨਾ ਉਹਨਾਂ ਨੂੰ ਧੌਲ ਹਰਨ ਨੂੰ, ਕੀ ਕਰਨਾ ਉਹਨਾਂ ਮੜੀਆਂ ਨੂੰ, ਕੀ ਕਰਨਾ ਉਹਨਾਂ ਨੂੰ। ਇੱਥੇ ਰੱਬ ਦਾ ਨਾਂ ਹੀ ਨਹੀਂ। ਤੇ ਭਲੀ ਸੁਆਵੀ ਛਾਪਰੀ ਜੇ ਇੱਕ ਛੋਟੀ ਜਿਹੀ ਖੁਰਲੀ ਦੇ ਵਿੱਚ ਵੀ ਕੋਈ ਵੱਡਾ ਬੈਠਾ ਤਾਂ ਸਕੂਨ ਨਾਲ ਆਨੰਦ ਭਇਆ ਮੇਰੀ ਮਾਏ, ਉਹਨੂੰ ਸਤਿਗੁਰੂ ਮਿਲ ਗਿਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਸਾਡੀ ਅਵਸਥਾ, ਸਾਡੀ ਆਪਣੀ ਵੀ ਅਵਸਥਾ ਹੈ। ਇਹ ਸਾਡੇ ਅੰਦਰੋਂ ਪਿਆਰ ਪੈਦਾ ਹੋਗਾ, ਸਕੂਨ ਮਿਲਦਾ ਹੈ। ਸਤਿਗੁਰੂ ਮਿਲ ਗਿਆ, ਇਹਨੂੰ ਕੋਈ ਰੋਣਾ ਥੋੜ੍ਹੀ ਪਾਉਣਾ। ਸਕੂਨ ਮਿਲ, ਸਤਿਗੁਰੂ ਮਿਲਣਾ, ਸਕੂਨ ਮਿਲਣਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਸੀਂ ਆ ਕੇ ਬੈਠ ਗਏ ਨਾ ਤੇ ਸਕੂਨ ਮਿਲੇਗਾ। ਇਹ ਸਕੂਨ ਹੈ। ਤੇ ਇੱਥੇ ਆ ਕੇ ਵੀ ਸਕੂਨ ਨਾ ਮਿਲਿਆ ਨੇ, ਸਕੂਨ ਮਿਲਣਾ ਹੀ ਨਹੀਂ ਜਿਸ ਅਸੀਂ ਸੁਣਦੇ ਹੀ ਨਹੀਂ ਆ ਕੀਰਤਨ ਕਥਾ ਨੂੰ ਤਾਂ ਭੱਜ ਜਾਂਦੇ ਲੋਕੀ, ਟਾਈਮ ਦੇਖੀ ਜਾਂਦੇ ਨੇ ਮੂੰਹ ਚੱਕ ਕੇ, ਟਾਈਮ ਕਿੰਨਾ ਹੋ ਗਿਆ ਜੀ, ਬਾਹਰ ਭੱਜੀਏ। ਭੱਜਣ ਨੂੰ ਮਨ ਕਰ, ਜਿਨ੍ਹਾਂ ਦਾ ਕਲਾਸ ਦੇ ਵਿੱਚੋਂ ਭੱਜਣ ਨੂੰ ਮਨ ਕਰਦਾ ਨਾ, ਪੜ੍ਹਾਈ ਦੇ ਵਿੱਚੋਂ ਜਿਨ੍ਹਾਂ ਦਾ ਭੱਜਣ ਨੂੰ ਮਨ ਕਰਦਾ ਨਾ, ਮੈਂ ਕਹਿੰਦਾ ਬੱਚਾ ਫੇਲ ਹੋ ਜਾਏਗਾ ਸਾਰੀ ਦੁਨੀਆ ਦੇ ਵਿੱਚ। ਇਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੋਈ ਪ੍ਰਚਾਰ ਕਥਾ ਕਰਦਾ ਹੋ ਤੇ ਉਹਦੇ ਵਿੱਚੋਂ ਜਿਨ੍ਹਾਂ ਬੱਚਿਆਂ ਦਾ ਜਿਹੜੇ ਸੰਗਤ ਦੇ ਵਿੱਚੋਂ ਭੱਜਣਾ ਚਾਹੁੰਦੇ ਨੇ ਨਾ, ਤੇ ਉਹਨਾਂ ਨੂੰ ਕਿਤੇ ਵੀ ਧਰਤੀ ਦੇ ਕੋਈ ਨਹੀਂ ਸਵਾਰ ਸਕਦਾ। ਜ਼ਿੰਦਗੀ ਉਹਨਾਂ ਦੀ ਬਰਬਾਦ ਹੋ ਜਾਣੀ। ਇੱਥੇ ਮਨ ਨੂੰ ਟਿਕਾਓ, ਸਰੀਰ ਨੂੰ ਟਿਕਾਓ, ਸੁਰਤ ਨੂੰ ਟਿਕਾਓ, ਤੇ ਉਹ ਫਿਰ ਸਾਡਾ ਨਾ ਇੱਥੇ ਜੀਵਨ ਇਹ ਸਫਲਾ ਹੋ ਜਾਣਾ। ਤੇ ਲਾਸਟ ਦੀ ਪੰਕਤੀ ਦੇ ਵਿੱਚ ਮਹਾਰਾਜ ਸਾਨੂੰ ਇਹ ਉਪਦੇਸ਼ ਕਰਦੇ ਨੇ ਕਿ ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਐ ਮੇਰੇ ਮਾਲਕ, ਤੇਰੇ ਤੋਂ ਬਗੈਰ ਇੱਥੇ ਉਹ ਕੋਈ ਥਾਂ ਹੀ ਨਹੀਂ, ਕੋਈ ਥਾਂ ਹੀ ਨਹੀਂ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਸ ਪਾਰਾ ਵਾਰਾ। ਏਡਾ ਉੱਚਾ ਦਰਬਾਰ ਹੈ ਮਾਲਕ ਤੇਰਾ। ਇਹ ਸਰੀਰ ਤਾਂ ਛੋਟੇ ਜਿਹੀ ਇੱਕ ਡੱਬੇ 'ਚ, ਇੱਕ ਕਾਰ 'ਚ 50-10 ਬੰਦੇ ਬੈਠ ਜਾਂਦੇ ਨੇ। ਇੱਕ ਉੱਚੀ ਕਾਰ, ਕਰੋੜਾਂ ਦੀ ਕਾਰਾਂ 'ਚ ਛੋਟੇ ਬੰਦੇ ਬਹਿ ਜਾਂਦੇ ਨੇ, 4-5। ਤੇ ਉਸਦਾ ਤਾਂ ਉਸਦੇ ਦਰਬਾਰ 'ਤੇ ਜਾ ਕੇ ਬੈਠਣਾ ਸੀ ਤਾਂ ਅਚੂਤਾ ਤਾਕਾ ਦਰਬਾਰ, ਉਸਦੇ ਵੀ ਸਾਡੀ ਹਾਜ਼ਰੀ, ਉਹਦੇ 'ਚ ਪ੍ਰਵੇਸ਼ ਕਰਨਾ ਅਸੀਂ। ਤਾਂ ਕਿਸੇ ਮਿਨਿਸਟਰ ਨੂੰ ਮਿਲਣਾ ਹੋਵੇ ਨਾ, ਪਾਸ ਬਣਵਾਉਣੇ ਪੈਂਦੇ ਨੇ, ਪਰਮਿਸ਼ਨਾਂ ਲੈਣੀ ਪੈਂਦੀਆਂ ਨੇ। ਜਾ ਕੇ ਵੇਖੋ ਕਿਸੇ ਅਫਸਰ ਨੂੰ, ਕਿਸੇ ਕਮਿਸ਼ਨਰ ਨੂੰ ਮਿਲ ਕੇ ਦੇਖੋ। ਇੱਥੇ ਕੋਈ ਐਡਵਾਈਜ਼ਰ ਹੋਵੇ ਨਾ, ਕੋਈ ਗਵਰਨਰ ਹੋਵੇ, ਜਾ ਕੇ ਦੇਖੋ। ਜੇ ਕੋਈ ਮਿਨਿਸਟਰ ਨੂੰ CRP ਲੱਗੀ, ਕਿੰਨੀ ਜਗ੍ਹਾ ਚੈਕਿੰਗ ਹੁੰਦੀ ਹੈ। ਤੇ ਰੱਬ ਨੂੰ ਮਿਲਣ ਵਾਸਤੇ ਤਾਂ ਉਹ ਰੂਹ ਹੀ ਜਾਣੀ ਹੈ ਰੱਬ ਦੇ ਕੋਲ ਤਾਂ। ਤੇ ਜਿਹਨੇ ਰੱਬ ਦੇ ਨਾਲ ਯਾਰੀ ਪਾਈ, ਫਿਰ ਰੂਹ ਨੂੰ ਕੋਈ ਰੋਕ ਲੇਗਾ? ਫਿਰ ਰੂਹ ਸਿੱਧੀ ਜਾਊਗੀ, ਉੱਥੇ ਰੱਬ ਦੇ ਕੋਲ ਆਊਗੀ, ਜਾਊਗੀ, ਸਵਾਦ ਲਊਗੀ, ਆਨੰਦ ਲਊਗੀ। ਤੇ ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਐ ਮਾਲਕ, ਅਸੀਂ ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲਈ, ਤੇਰੇ ਤੋਂ ਬਗੈਰ ਸਾਡਾ ਕੋਈ ਨਹੀਂ ਹੈ। ਅਸੀਂ ਤੇਰੀ ਸ਼ਰਨ ਵਿੱਚ ਆ ਗਏ ਤੇ ਅਸੂ ਸੁਖੀ ਵਸੰਦਿਆਂ ਜਿਨ੍ਹਾਂ ਮਇਆ ਹਰਿ ਰਾਏ। ਅੱਸੂ ਦਾ ਜਿਹੜਾ ਮਹੀਨਾ ਹੈ ਨਾ, ਉਹਨਾਂ ਜੀਵ ਇਸਤਰੀਆਂ ਦਾ ਸੁਹਾਵਣਾ ਹੋ ਜਾਂਦਾ ਹੈ ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਤੇ ਮੈਂ ਆਪ ਜੀ ਨੂੰ ਹਰ ਵੇਲੇ ਕੀ ਹਰ ਕਥਾ ਦੇ ਵਿੱਚ ਇਹ ਬੇਨਤੀ ਕਰਦਾ ਕਿ ਇਹ ਜਿਹੜੇ ਮਹੀਨੇ ਬਣੇ ਨਾ ਬਿਕਰਮੀ ਕੈਲੰਡਰ ਦੇ ਨਾਲ, ਇਹ ਸਾਰੇ ਅਸੂ ਸੁਖੀ ਵਸੰਦਿਆਂ ਜਿਨ੍ਹਾਂ ਮਇਆ ਹਰਿ ਰਾਏ। ਤੇ ਅਸੂ ਦਾ ਵੀ ਮਹੀਨਾ ਵੀ ਸਾਡਾ ਸੁਹਾਵਣਾ ਹੋਣਾ ਚਾਹੀਦਾ ਹੈ। ਤੇ ਸਾਡੇ ਇਹ ਪੰਕਤੀਆਂ ਮੈਂ ਆਪਣੇ ਦਿਮਾਗ ਨਾਲੋਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਸਾਡੇ ਹਰ ਘੜੀ ਸੁਹਾਵਣੀ। ਜੇ ਸਿਮਰਨ ਕਰਾਂਗੇ ਤਾਂ ਸਾਰੇ ਮਹੀਨੇ ਸਾਈ ਘੜੀ ਸੁਲਖਣੀ, ਜਿਤ ਪ੍ਰਭ ਆਵੈ ਚਿੱਤ। ਸਾਈ ਕਹਿੰਦਾ ਸਾਰੀਆਂ ਘੜੀਆਂ। ਹੁਣ ਘੜੀ ਕੋਈ ਮਹੀਨਾ ਥੋੜ੍ਹੀ ਹੈ, ਇੱਕ ਟਿਕ ਚੱਲਦੀ। ਇਸ ਤਰ੍ਹਾਂ ਜੇ ਸੈਕਿੰਡਾਂ ਚਲਦੀਆਂ, ਪਲਾਂ ਚਲਦੀਆਂ, ਵਿਸਵੇ ਚਸੀਆਂ ਘੜੀਆਂ, ਪਹਿਰਾਂ ਥਿੱਤੀ ਵਾਰੀ ਮਾਂ ਹੋਊਗਾ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕਿਤੇ ਵੇਸ। ਇਹਨਾਂ ਸੋਹਿਲਾ ਸਾਹਿਬ ਜੀ ਨੂੰ ਅਸੀਂ ਰੱਟਾ ਲਾਇਆ, ਕਦੀ ਖੋਜ ਕੇ ਵੇਖਣਾ ਸੋਹਿਲਾ ਸਾਹਿਬ ਜੀ ਦੀ ਬਾਣੀ ਨੂੰ, ਖੋਜ ਕੇ ਵੇਖਣਾ ਰੱਟੇ ਤੋਂ ਅਲੱਗ। ਇੱਕ ਦਿਮਾਗ ਵਿੱਚ ਉਸਦੇ ਲੈਵਲ ਨੂੰ ਹੌਲੀ ਹੌਲੀ ਰੜਕ ਕੇ ਦੇਖਣਾ। ਤੇ ਸਾਈ ਘੜੀ ਸੁਲਖਣੀ, ਜਿਤ ਪ੍ਰਭ ਆਵੈ ਚਿੱਤ। ਜਿਸ ਦਿਨ ਵਿਸਰੈ ਪਾਰਬ੍ਰਹਮ ਸੁਆਮੀ, ਪਿੱਠ ਫੁਲੇਰੀ ਰੁੱਤ। ਉਹ ਰੁੱਤ ਖਰਾਬ ਹੈ, ਉਹ ਸਾਲ ਖਰਾਬ ਹੈ, ਉਹ ਮਹੀਨਾ ਖਰਾਬ ਹੈ, ਉਹ ਦਿਨ ਖਰਾਬ ਹੈ, ਘੰਟਾ ਖਰਾਬ ਹੈ, ਜਿਸ ਦਿਨ ਸਾਨੂੰ ਪਰਮਾਤਮਾ ਵਿਸਰ ਜਾਵੇ। ਸੋ ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਜਿਹੜਾ ਬਹੁਤਾ ਹੋ ਗਿਆ ਕਿ ਜੇ ਹਰਕੀਆਂ ਜਿਹੜੀ ਕਹਾਣੀਆਂ ਨੇ ਨਾ, ਇਹ ਮੁੱਕਣ ਵਾਲੀਆਂ ਨੇ। ਇਹ ਜਿੰਨਾ ਮਰਜ਼ੀ ਕਰੀ ਜਾਓ, ਸਕੂਨ ਮਿਲਦਾ ਹੈ। ਸੁਰਤ ਅੱਗੇ ਵੱਧਦੀ ਚਲੀ ਜਾਂਦੀ ਹੈ ਸੁਰਤ ਅੱਗੇ ਨੂੰ। ਇਹ ਭੰਡਾਰੇ ਨੇ, ਇਹਦੇ ਵਿੱਚੋਂ ਚੁਗੀ ਜਾਓ ਮੋਤੀ ਹੀਰੇ, ਮਤ ਵਿੱਚ ਰਤਨ ਜਵਾਹਰ ਮਾਣਕ। ਜੇ ਗੁਰ ਕੀ ਸਿੱਖ ਸੁਣੀ, ਉਹ ਮਤ ਵਿੱਚੋਂ ਪੈਦਾ ਹੁੰਦੇ ਨੇ।
ਜੇ ਗੁਰੂ ਦੀ ਗੱਲ ਅਸੀਂ ਮੰਨ ਲਈ, ਸੁਣ ਲਈ ਨਾ, ਤੇ ਫਿਰ ਮੱਧ ਵਿੱਚ ਰਤਨ ਜਵਾਹਰ ਮਾਣਕ, ਮੱਧ ਦੇ ਵਿੱਚੋਂ ਜਵਾਹਰ, ਹੀਰੇ, ਮੋਤੀ, ਸੋਨੇ ਦੀ ਦੁਕਾਨ ਤੇ ਜਾਓਗੇ ਨਾ, ਕਿੰਨਾ ਕੁ ਮਿਲੇਗਾ? ਕਿੰਨਾ ਮਹਿੰਗਾ ਦਿੰਦੇ, ਹਿੰਮਤ ਨਹੀਂ ਬੰਦੇ ਦੀ ਕੋਈ ਲੈ ਲਵੇਗਾ। ਤੇ ਮੱਧ ਵਿੱਚੋਂ ਸਾਨੂੰ ਇੰਨੇ ਹੀਰੇ ਰਤਨ ਜਵਾਹਰ ਲੱਭਦੇ ਨੇ, ਤੇ ਉਹਨਾਂ ਤੋਂ ਤੇ ਕਬੀਰ ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਜਾਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਅਸੀਂ ਆਪਣੇ ਅੱਖਾਂ ਤੇ ਪਰਦਾ ਪਾਇਆ ਹੋਇਆ ਹੈ, ਸਾਡਾ ਸਮਾਂ ਲੰਘਦਾ ਜਾ ਰਿਹਾ ਹੈ, ਤੇ ਸਾਨੂੰ ਗੁਰੂ ਦੇ ਬਾਣੀ ਦਾ ਲੈਂਸ ਜੇ ਸਾਡੇ ਦਿਮਾਗ ਵਾਲੀ ਅੱਖਾਂ ਤੇ ਲੱਗ ਜਾਵੇ, ਇਹਨਾਂ ਅੱਖਾਂ ਤੇ ਨਾਲ ਨਹੀਂ, ਜੇ ਦਿਮਾਗ ਵਾਲੀ ਸੁਰਤ ਵਾਲੀ ਅੱਖਾਂ ਤੇ ਗੁਰੂ ਦੀ ਬਾਣੀ ਦਾ ਲੈਂਸ ਸਾਡੇ ਅੰਦਰ ਲੱਗ ਜਾਵੇ ਨਾ, ਤੇ ਸਾਨੂੰ ਇਹ ਸਾਡਾ ਜੀਵਨ ਜਿਹੜਾ ਸਾਧ ਸੰਗਤ 'ਚ ਸਫਲਾ ਹੋ ਜਾਣਾ। ਸੋ ਇੰਨੀਆਂ ਕੁ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਤਰੁੱਟੀਆਂ ਮਾਫ ਕਰਨੀ। ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਵਾਧਾ ਘਾਟਾ ਜਿਹੜਾ ਹੈ ਉਹ ਆਪਣਾ ਬੱਚਾ ਜਾਣ ਕੇ, ਭਰਾ ਜਾਣ ਕੇ ਮਾਫ ਕਰਨਾ ਜੀ। ਸੋ ਅੱਗੇ ਕਥਾ ਆਪ ਜੀ ਨਾਲ, ਆਪ ਜੀ ਦਰਸ਼ਨ ਕਰਨ ਦਾ ਸਮਾਂ ਮਿਲੇਗਾ ਤੇ ਜ਼ਰੂਰ ਕਰਾਂਗੇ। ਸੋ ਸਮਾਪਤੀ ਹੈ, ਹੁਣ ਸਾਰਿਆਂ ਨੂੰ ਬੇਨਤੀ ਹੈ, ਆਓ ਗੱਜ ਵੱਜ ਕੇ ਫਤਿਹ ਦੀ ਸਾਂਝ ਕਰੋ, ਕੋਈ ਵੀ ਰਸਨਾ ਵਾਂਝੀ ਨਾ ਰਵੇ ਜੀ। ਪਿਆਰ ਸਤਿਕਾਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।